ਸੁਖਜੀਤ ਸਿੰਘ ਜੀ ਕਨਹਈਆ 96 ਕਰੋੜੀ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਆਪ ਸੰਗਤਾਂ ਨੂੰ 1 ਘੰਟੇ ਵਾਸਤੇ ਜੋ ਪੰਥ ਪ੍ਰਕਾਸ਼ ਦੀ ਕਥਾ ਆਰੰਭ ਕੀਤੀ ਗਈ ਸੀ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਹਨ। ਬੜੇ ਹੀ ਪਿਆਰ ਦੇ ਨਾਲ ਆਪਾਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਤਬ ਬੰਦੇ ਨੇ ਦੌੜ ਕਰ, ਲਿਓ ਸਮਾਣਾ ਮਾਰ। ਫਤਿਹ ਆਈ ਫਤਿਹ ਸਿੰਘ ਕੋ, ਸੋ ਬੰਦੇ ਕੀਓ ਪੁਜਦਾਰ। ਤਬ ਬੰਦੇ ਨੇ ਦੌੜ ਕਰ, ਲਿਓ ਸਮਾਣਾ ਮਾਰ। ਫਤਿਹ ਆਈ ਫਤਿਹ ਸਿੰਘ ਕੋ, ਸੋ ਬੰਦੇ ਕੀਓ ਪੁਜਦਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਜੁੜਨ ਵਾਸਤੇ ਇਹ ਸਮਾਂ ਪ੍ਰਾਪਤ ਹੋਇਆ। ਆਓ ਰਸਨਾ ਪਵਿੱਤਰ ਕਰੀਏ, ਮਨੇ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਬ ਬੰਦੇ ਨੇ ਦੌੜ ਕਰ ਲਿਓ ਸਮਾਣਾ ਮਾਰੇ। ਬੀਤੇ ਦਿਨੀ ਸਰਵਣ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕਰਕੇ ਦਿੱਲੀ ਦੀ ਧਰਤੀ ਤੇ ਪਹੁੰਚਦੇ ਤੇ ਸਿੰਘਾਂ ਨੂੰ ਹੁਕਮਨਾਮੇ ਭੇਜੇ ਕਿ ਆ ਕਰਕੇ ਖਾਲਸਾ ਪੰਥ ਦੇ ਜਥੇ ਵਿੱਚ ਮੇਲ ਮਿਲਾਪ ਕਰੋ, ਤਾਂ ਜੋ ਮੁਗਲ ਹਕੂਮਤ ਦਾ ਰਾਜ ਮਲੀਆ ਮੇਟ ਕਰ ਸਕੀਏ। ਤਾਂ ਸਭ ਤੋਂ ਪਹਿਲਾਂ ਖਾਲਸਾ ਜੀ ਜਿੱਥੇ ਕੈਥਲ ਦਾ ਫੌਜਦਾਰ ਸੋਧਿਆ, ਤਾਂ ਉਸ ਤੋਂ ਬਾਅਦ ਸਮਾਣੇ ਦੀ ਧਰਤੀ ਤੇ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਦੀ ਧਰਤੀ ਨੂੰ ਵੀ ਥੇ ਕੀਤਾ। ਫਤਿਹ ਆਈ ਫਤਿਹ ਸਿੰਘ ਕੋ, ਸੋ ਬੰਦੇ ਕੀਓ ਫੁਜਦਾਰ। ਮਾਲਵੇ ਤੋਂ ਜਥੇ ਦਾ ਆਗੂ ਬਣ ਕੇ ਆਏ ਹੋਏ ਭਾਈ ਫਤਿਹ ਸਿੰਘ ਨੇ ਅੱਗੇ ਹੋ ਕਰਕੇ ਜੰਗ ਕੀਤੀ। ਇਸ ਕਰਕੇ ਭਾਈ ਫਤਿਹ ਸਿੰਘ ਜੀ ਨੂੰ ਫਤਿਹ ਮਿਲੀ ਇਸ ਜੰਗ ਦੇ ਵਿੱਚ ਤੇ ਸਮਾਣੇ ਦਾ ਫੌਜਦਾਰ ਥਾਪਿਆ ਗਿਆ। ਚੌਪਈ ਲਿਓ ਮਾਰ ਜਬ ਸ਼ਹਿਰ ਸਮਾਣੋ। ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਦੇ ਸ਼ਹਿਰ ਨੂੰ ਮਾਰਿਆ, ਸਮਾਣੇ ਦੀ ਧਰਤੀ ਨੂੰ ਫਤਿਹ ਕੀਤਾ। ਬਿਨ ਬੋਦੀ ਜੋ ਸਿੰਘਨ ਪਾਇਓ। ਕਹਿੰਦੇ ਨੇ ਬਿਨਾਂ ਬੋਦੀਆਂ ਤੋਂ ਭਾਵ ਜਿਹੜੇ ਕਿ ਤੁਰਕਾਂ ਦੀ ਫੌਜ ਹੈ, ਮੁਗਲ ਹਕੂਮਤ ਦੀ ਫੌਜ ਹੈ, ਕਿਉਂਕਿ ਬੋਦੀ ਸਨਾਤਨ ਮਤ ਦਾ ਪ੍ਰਤੀਕ ਸੀ, ਪਰ ਜਿਹੜੀ ਤੁਰਕ ਫੌਜ ਸੀ ਮੁਗਲ ਹਕੂਮਤ ਦੀ ਫੌਜ ਸੀ। ਤੂੰ ਬੜ ਜਿਮ ਤਿੰਨ ਸੀਸੇ ਉਡਾਇਓ। ਮੁਗਲ ਹਕੂਮਤ ਦੀ ਫੌਜਾਂ ਦਾ ਸਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਤਰ੍ਹਾਂ ਉਡਾਇਆ ਜਿਵੇਂ ਖਰਬੂਜਾ ਕੋਈ ਵੱਢ ਕੇ ਖਾਲਸਾ ਜੀ ਅਸਮਾਨ ਵਿੱਚ ਵਗਾਉਂਦਾ ਹੈ। ਦੋਹਰਾ ਬਜੀਦੇ ਕਾਰਾ ਜਬ ਕੀਓ, ਸਮਾਣਿਓ ਪੀ ਬੇਹਾ ਨਾਲ। ਕਿਉਂਕਿ ਜਦੋਂ ਵਜੀਦ ਖਾਨ ਨੇ ਸੂਬੇ ਸਰਹੰਦ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਸਰਹੰਦ ਦੀ ਧਰਤੀ ਤੇ ਨੀਹਾਂ ਦੇ ਵਿੱਚ ਖੜੇ ਕਰਕੇ ਸ਼ਹੀਦ ਕੀਤਾ, ਉਸ ਵਕਤ ਖਾਲਸਾ ਜੀ ਇਤਿਹਾਸ ਵਿੱਚ ਆਪਾਂ ਦਰਸ਼ਨ ਕਰ ਸਕਦੇ ਹਾਂ ਕਿ ਜਿਸ ਵਕਤ ਨੀਹਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਚਿਣਿਆ ਗਿਆ, ਨੀਹਾਂ ਚਿਣ ਦਿੱਤੀਆਂ, ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੀਹਾਂ ਦੇ ਵਿੱਚ ਖੜੇ ਹੋਏ, ਤਾਂ ਸਮਾਣੇ ਦੇ ਦੋ ਜਲਾਦ ਉਹ ਇਸ ਤਰ੍ਹਾਂ ਦਾ ਜ਼ੁਲਮ ਉਦੋਂ ਗੁਰੂ ਕਿਆਂ ਲਾਲਾਂ ਤੇ ਢਾ ਰਹੇ ਸੀ। ਉਹ ਸਮਾਣੇ ਦੇ ਦੋ ਜਲਾਦ ਸੀਗੇ। ਜਦੋਂ ਨੀਹਾਂ ਚਿਣ ਰਹੇ ਸਨ, ਕਹਿੰਦੇ ਸਾਹਿਬਜ਼ਾਦਿਆਂ ਦੇ ਗੋਡੇ ਉਹ ਰਸਤੇ ਵਿੱਚ ਆ ਰਹੇ ਸੀ, ਰੁਕਾਵਟ ਬਣ ਰਹੇ ਸੀ। ਦੋਵਾਂ ਨੇ ਸੂਬੇ ਸਰਹੰਦ ਵੱਲ ਵੇਖਿਆ, ਸੂਬੇ ਸਰਹੰਦ ਨੇ ਇਸ਼ਾਰਾ ਕੀਤਾ ਤੇ ਦੋਵਾਂ ਜਾਣਿਆਂ ਨੇ ਸਾਹਿਬਜ਼ਾਦਿਆਂ ਦੇ ਗੋਡੇ ਛਿੱਲਣੇ ਸ਼ੁਰੂ ਕਰ ਦਿੱਤੇ। ਗੋਡਿਆਂ ਤੇ ਢੇਸੀਆਂ ਚਲਾ ਕਰਕੇ ਖਾਲਸਾ ਜੀ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ। ਤੇ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਕੁਝ ਸਮੇਂ ਬਾਅਦ ਇਹੋ ਜਿਹਾ ਜ਼ੁਲਮ ਉੱਥੇ ਹੋਇਆ ਵੀ ਜਿਹੜੀ ਦੀਵਾਰ ਸੀ ਉਹ ਵੀ ਉੱਥੇ ਦੀਵਾਰ ਨਾ ਬਣ ਸਕੀ। ਦੀਵਾਰ ਨੇ ਆਪਣਾ ਸੁਭਾਅ ਛੱਡਿਆ ਤੇ ਦੀਵਾਰ ਟੁੱਟ ਗਈ। ਸਾਹਿਬਜ਼ਾਦਿਆਂ ਦੇ ਸਰੀਰ ਉਹ ਜ਼ਮੀਨ ਤੇ ਗਿਰ ਗਏ। ਉਸ ਵਕਤ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਸਵਾਸ ਚੱਲ ਰਹੇ ਸੀ। ਇਹਨਾਂ ਦੋਵਾਂ ਜਲਾਦਾਂ ਨੂੰ, ਸਮਾਣੇ ਦੇ ਜਲਾਦਾਂ ਨੂੰ ਇਸ਼ਾਰਾ ਕੀਤਾ। ਇਹਨਾਂ ਨੇ ਛਾਤੀਆਂ ਤੇ ਗੋਡੇ ਰੱਖ ਕਰਕੇ, ਗੋਡਿਆਂ ਦੇ ਭਾਰ ਹੋ ਕਰਕੇ ਸਾਹਿਬਜ਼ਾਦਿਆਂ ਦੀ ਗਰਦਨਾਂ ਦੇ ਉੱਤੇ ਖੰਜਰ ਚਲਾ ਕਰਕੇ ਸਾਹਿਬਜ਼ਾਦਿਆਂ ਨੂੰ ਜ਼ਿਬਹਾ ਕਰ ਦਿੱਤਾ। ਸੋ ਜਿਸ ਵਕਤ ਇਹ ਜ਼ੁਲਮ ਸੂਬੇ ਸਰਹੰਦ ਨੇ ਢਾਇਆ, ਉਸ ਵਕਤ ਸਮਾਣੇ ਦੇ ਇਹ ਜਲਾਦ ਨਾਲ ਸੀ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਦੀ ਧਰਤੀ ਨੂੰ ਵੀ ਥੇ ਕੀਤਾ। ਫੌਜਦਾਰ ਉਥੀ ਹੁਤੇ ਪਾਲਕੀ 22 ਵਾਰ। ਬੜਾ ਵੱਡਾ ਸ਼ਹਿਰ ਵਸਦਾ ਸੀ ਸਮਾਣਾ। 22 ਪਾਲਕੀਆਂ ਫੌਜਦਾਰਾਂ ਦੀਆਂ ਇਸ ਸ਼ਹਿਰ ਦੇ ਵਿੱਚੋਂ ਨਿਕਲਿਆ ਕਰਦੀਆਂ ਸਨ। ਚੌਪਈ ਸ਼ਹਿਰ ਸਮਾਣੋ ਜਬ ਲਿਓ ਮਾਰ। ਤੇ ਜਦੋਂ ਗੁਰੂ ਕੇ ਖਾਲਸਿਆਂ ਨੇ ਸਮਾਣੇ ਦੀ ਧਰਤੀ ਨੂੰ ਫਤਿਹ ਕੀਤਾ, ਗਿਓ ਦਲਿੰਦਰ ਨਵਾਰ। ਜਿਹੜੀ ਮੁਗਲ ਹਕੂਮਤ ਦਰਿਦਰ ਦੀ ਨੀਂਦ ਦੇ ਵਿੱਚ, ਜ਼ੁਲਮ ਦੀ ਨੀਂਦ ਵਿੱਚ ਸੁੱਤੀ ਹੋਈ ਸੀ, ਕਹਿੰਦੇ ਮੁਗਲ ਹਕੂਮਤ ਦੀ ਨੀਂਦ ਟੁੱਟ ਗਈ, ਉਹਨਾਂ ਦਾ ਦਲਿੱਦਰ ਟੁੱਟ ਗਿਆ। ਕਿਉਂਕਿ ਖਾਲਸਾ ਜੀ ਕਿਸੇ ਹਕੂਮਤ ਦੀ
ਵੱਡੀ ਰਾਜਧਾਨੀ ਨੂੰ ਜਦੋਂ ਕੋਈ ਹੱਥ ਪਾਉਂਦਾ ਹੈ ਨਾ ਤੇ ਹਕੂਮਤਾਂ ਹਿੱਲ ਜਾਂਦੀਆਂ। ਬੰਦਾ ਸਿੰਘ ਬਹਾਦਰ ਨੇ ਪਹਿਲਾਂ ਕੈਥਲ ਦਾ ਫੌਜਦਾਰ ਸੋਧਿਆ, ਸੂਬੇ ਸਰਹੰਦ ਨੂੰ ਪਤਾ ਲੱਗਾ, ਪਰ ਜਦੋਂ ਸਮਾਣੇ ਦੇ ਇਲਾਕੇ ਨੂੰ ਜਾ ਕਰਕੇ ਸੋਧਿਆ, ਫੌਜਦਾਰਾਂ ਨੂੰ ਮੁਕਾਇਆ, 22 ਫੌਜਦਾਰ ਖਤਮ ਕਰ ਦਿੱਤੇ। ਕਹਿੰਦੇ ਹਕੂਮਤ ਦਿੱਲੀ ਦੇ ਤਖਤ ਤੱਕ ਹਿੱਲ ਗਈ ਤੇ ਹਕੂਮਤ ਦੀ ਜਾਗ ਖੁੱਲ ਗਈ ਤੇ ਚੌਕੰਨੇ ਹੋ ਗਏ ਵੀ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈ ਕੇ ਕੋਈ ਮੁੱਠੀ ਭਰ ਸਿੰਘਾਂ ਦੇ ਨਾਲ ਆ ਕੇ ਸਾਡੇ ਰਾਜ ਦੀਆਂ ਜੜ੍ਹਾਂ ਪੁੱਟਣ ਦੇ ਹੀਲੇ ਕਰ ਰਿਹਾ ਹੈ। ਤਬ ਬੰਦੇ ਨੇ ਚਿੱਤ ਵਿਚਾਰੀ। ਉਦੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਮਨ ਦੇ ਵਿੱਚ ਇੱਕ ਵਿਚਾਰ ਕੀਤੀ। ਵਜ਼ੀਰੇ ਲੁੱਟਿਐ ਫੌਜ ਕਰ ਭਾਰੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸੋਚਿਆ ਵੀ ਹੁਣ ਸਮਾਂ ਆ ਚੁੱਕਿਆ ਹੈ, ਫੌਜ ਦੀ ਗਿਣਤੀ ਵਧਾ ਕਰਕੇ ਸੂਬੇ ਸਰਹੰਦ ਨੂੰ ਜਾ ਕਰਕੇ ਲੁੱਟਣਾ ਚਾਹੀਦਾ, ਮਾਰ ਮਕਾਉਣਾ ਚਾਹੀਦਾ, ਵਜੀਦ ਖਾਂ ਦਾ ਜਾ ਕਰਕੇ ਸੋਧਾ ਲਾਉਣਾ ਚਾਹੀਦਾ ਹੈ। ਓਹਾ ਵਜੀਦੇ ਕੱਲੇ ਹਲਕਾਰੇ। ਹੁਣ ਇਧਰੋਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੀ ਧਰਤੀ ਨੂੰ ਫਤਿਹ ਕਰਨਾ ਚਾਹੁੰਦੇ ਤੇ ਉਧਰੋਂ ਜਿਹੜਾ ਸੂਬੇ ਸਰਹੰਦ ਸੀ ਉਹ ਵੀ ਯਤਨ ਕਰ ਰਿਹਾ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਂ ਬੰਦਾ ਸਿੰਘ ਬਹਾਦਰ ਦੀਆਂ ਜਸੂਸੀਆਂ ਲਵਾਂ। ਤੇ ਉਹਨੇ ਖਾਲਸਾ ਜੀ ਆਪਣੇ 2 ਜਸੂਸ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਭੇਜੇ। ਬੰਦੇ ਕਿਹੋ ਤਬ ਅਗਮ ਵਿਚਾਰੇ। ਹਜੇ ਸੂਬੇ ਸਰਹੰਦ ਨੇ ਫੌਜ ਦੇ ਵਿੱਚ 2 ਜਸੂਸ ਭੇਜੇ ਹੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਸੂਸ ਪਹੁੰਚਣ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਖਾਲਸਾ ਜੀ ਸੁਚੇਤ ਹੋ ਜਾਓ। ਇੱਕ ਹੈ ਕਾਣੋ ਇੱਕ ਹੱਥ ਏਕ। ਕਹਿਣ ਲੱਗੇ ਇੱਕ ਕਾਣਾ ਹੈ ਤੇ ਇੱਕ ਦਾ ਇੱਕ ਹੀ ਹੱਥ ਹੈ, ਇੱਕ ਟੁੰਡਾ ਹੈ। ਇਹ 2 ਜਸੂਸ ਆ ਰਹੇ ਨੇ ਸਾਡੀ ਜਸੂਸੀ ਲੈਣ ਵਾਸਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਹੀ ਵਿਚਾਰ ਕਰ ਲਈ ਤੇ ਖਾਲਸੇ ਨੂੰ ਸੁਚੇਤ ਕਰ ਦਿੱਤਾ ਕਿ ਭਾਈ 2 ਜਸੂਸ ਸੂਬੇ ਸਰਹੰਦ ਨੇ ਭੇਜੇ ਨੇ, ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਸੁਚੇਤ ਹੋ ਜਾਓ। ਪਕੜ ਮਗਾਵੋ ਬਾਜ਼ਾਰੋਂ ਦੇਖ। ਤੇ ਜਿਵੇਂ ਹੀ ਤੁਹਾਨੂੰ ਨਜ਼ਰ ਆ ਜਾਣ ਸੂਬੇ ਸਰਹੰਦ ਦੇ ਉਹਨਾਂ 2 ਜਸੂਸਾਂ ਦਾ ਸੋਧਾ ਲਾ ਦੇਣਾ। ਜੈ ਦੱਸੇ ਸੋ ਤਹਾਂ ਸੇ ਖੜੇ। ਤੇ ਖਾਲਸਾ ਜੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਨਿਸ਼ਾਨੀ ਦੱਸੀ ਵੀ ਸ਼ਹਿਰ ਦੇ ਵਿੱਚ, ਬਾਜ਼ਾਰ ਦੇ ਵਿੱਚ, ਇਸ ਚੌਰਸਤੇ ਦੇ ਵਿੱਚ ਉਹ 2 ਜਸੂਸ ਇਸ ਵਕਤ ਖੜੇ ਨੇ। ਜਦੋਂ ਖਾਲਸੇ ਨੇ ਜਾ ਕਰਕੇ ਵੇਖਿਆ ਤੇ ਜਿਸ ਥਾਂ ਤੇ ਜਿਸ ਨਿਸ਼ਾਨੀ ਬਾਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਦੱਸਿਆ ਸੀ ਉਸੇ ਥਾਂ ਦੇ ਉੱਤੇ 2 ਜਸੂਸ ਨਜ਼ਰ ਆਏ। ਲਿਆਏ ਸਿੰਘ ਊਹਾਂ ਤੇ ਫੜੇ। ਕਹਿੰਦੇ ਸਿੰਘਾਂ ਨੇ ਜਾ ਕਰਕੇ ਉੱਥੋਂ ਹੀ ਬੰਦੀ ਬਣਾ ਲਏ, 2 ਜਸੂਸਾਂ ਨੂੰ ਪਕੜ ਲਿਆ। ਜੁੱਤੇ ਮਾਰ ਤੇ ਗੰਜੇ ਕਰੇ। ਤੇ ਜਿਹੜੇ ਸੂਬੇ ਸਰਹੰਦ ਨੇ ਸਿੰਘਾਂ ਦੀ ਜਸੂਸੀ ਵਾਸਤੇ ਆਪਣੇ 2 ਜਸੂਸ ਭੇਜੇ ਸੀ, ਗੁਰੂ ਕਿਆਂ ਖਾਲਸਿਆਂ ਨੇ ਜੁੱਤੀਆਂ ਮਾਰ-ਮਾਰ ਕੇ ਗੰਜੇ ਕਰ ਦਿੱਤੇ। ਨਾਮ ਵਜ਼ੀਰੇ ਲੈ ਲੈ ਖਰੇ। ਤੇ ਜਦੋਂ ਖਾਲਸਾ ਉਹਨਾਂ ਨੂੰ ਚੰਗੀ ਤਰ੍ਹਾਂ ਸੋਧਦਾ, ਚੰਗੀ ਤਰ੍ਹਾਂ ਚਾਟਾ ਛਕਾਉਂਦਾ ਤੇ ਫਿਰ 2 ਹੱਥ ਜੋੜ ਕੇ ਕਹਿੰਦੇ ਜੀ ਸਾਡਾ ਕਸੂਰ ਨਹੀਂ, ਸਾਨੂੰ ਤੇ ਵਜੀਦ ਖਾਂ ਨੇ ਤੁਹਾਡੀ ਜਸੂਸੀ ਵਾਸਤੇ ਭੇਜਿਆ ਹੈ। ਲਿਖ ਕੇ ਚਿੱਠੇ ਉਹਨਾਂ ਹੱਥ ਦੇ। ਤੇ ਕਹਿੰਦਾ ਜਿਹੜੀ ਚਿੱਠੀ ਸਾਨੂੰ ਵਜੀਦ ਖਾਂ ਨੇ ਦਿੱਤੀ ਹੈ ਅਸੀਂ ਤੁਹਾਨੂੰ ਵਿਖਾ ਦਿੰਨੇ ਆ, ਸਾਡਾ ਕੋਈ ਗੁਨਾਹ ਨਹੀਂ, ਅਸੀਂ ਤੇ ਉਹਦਾ ਹੁਕਮ ਮਨਾਉਣ ਵਾਸਤੇ ਆਏ ਆ, ਤੁਹਾਡੀਆਂ ਜਸੂਸੀਆਂ ਕਰਨ ਆਏ ਆ। ਅਸਲ ਵਿੱਚ ਅਸੀਂ ਤੇ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਰਹਿੰਦੇ ਆ, ਪਰ ਸਰਕਾਰ ਦੇ ਹੁਕਮਾਂ ਨੂੰ ਮੰਨਣਾ ਸਾਡੀ ਮਜਬੂਰੀ ਹੈ। ਕਿਹੋ ਵਜ਼ੀਰੇ ਹਮ ਅਬ ਆਏ। ਇਸ ਕਰਕੇ ਬੰਦਾ ਸਿੰਘ ਬਹਾਦਰ ਨੇ ਜਦੋਂ ਇਹ ਬਚਨ ਸੁਣੇ ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਫਿਰ ਜੋ ਕੁਝ ਵੇਖਿਆ ਨਾ ਜਾ ਕਰਕੇ ਸੱਚ-ਸੱਚ ਦੱਸ ਦਿਓ। ਇਹ ਗੁਰੂ ਕਾ ਖਾਲਸਾ ਜਸੂਸੀਆਂ ਤੋਂ ਨਹੀਂ ਡਰਦਾ, ਕਿਉਂਕਿ ਖਾਲਸਾ ਜੀ ਗੁਰਸਿੱਖਾਂ ਦਾ, ਖਾਲਸੇ ਦਾ ਜੀਵਨ ਖੁੱਲੀ ਕਿਤਾਬ ਵਰਗਾ ਹੁੰਦਾ ਹੈ। ਖਾਲਸਾ ਜਿਹੋ ਜਿਹਾ ਅੰਦਰੋਂ ਹੁੰਦਾ ਉਹੋ ਜਿਹਾ ਬਾਹਰੋਂ ਹੁੰਦਾ। ਜੀਉ ਨਿਰਮਲ ਬਾਹਰੋਂ ਨਿਰਮਲ। ਜੇ ਖਾਲਸਾ ਅੰਦਰੋਂ ਨਿਰਮਲ ਹੈ ਬਾਹਰੋਂ ਵੀ ਨਿਰਮਲ ਹੈ ਤੇ ਜਿਨ੍ਹਾਂ ਦੇ ਜੀ ਮੈਲੇ ਨੇ ਤੇ ਬਾਹਰੋਂ ਨਿਰਮਲ ਹੁੰਦੇ ਨੇ, ਮਹਾਰਾਜ ਕਹਿੰਦੇ ਉਹ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਉਹ ਭੇਖ ਧਾਰੀ ਹੁੰਦੇ ਨੇ।
ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜਾ ਕਰਕੇ ਵਜੀਦ ਖਾਨ ਨੂੰ ਦੱਸੋ ਕਿ ਜਿਨ੍ਹਾਂ ਦੀ ਜਸੂਸੀਆਂ ਲੈਣ ਵਾਸਤੇ ਆਪਣੇ ਬੰਦੇ ਭੇਜਦਾ ਹੈ, ਉਹ ਗੁਰੂ ਕੇ ਖਾਲਸਿਆਂ ਦਾ ਜੀਵਨ ਖੁੱਲੀ ਕਿਤਾਬ ਵਰਗਾ ਹੈ। ਤੇ ਜਾ ਕੇ ਵਜੀਦ ਖਾਨ ਨੂੰ ਇੱਕ ਗੱਲ ਦੱਸ ਦਿਓ ਕਿ ਗੁਰੂ ਦਾ ਥਾਪੜਾ ਲੈ ਕੇ ਗੁਰੂ ਦਾ ਬੰਦਾ ਗੁਰੂ ਦੀ ਫੌਜ ਦੇ ਨਾਲ ਇੱਕ ਦਿਨ ਆ ਕਰਕੇ ਤੇਰੇ ਰਾਜ ਨੂੰ ਮਲੀਆ ਮੇਟ ਕਰਕੇ ਵਿਖਾਵੇਗਾ। ਯੈ ਸੁਨ ਵਜ਼ੀਰੇ ਚਿੰਤਾ ਜਾਨੀ। ਤੇ ਜਦੋਂ ਵਜੀਦ ਖਾਨ ਨੂੰ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਇਹ ਗਰਜਵੇਂ ਬੋਲ ਆਏ ਨੇ, ਕਹਿੰਦੇ ਵਜੀਦ ਖਾਨ ਨੂੰ ਅੰਦਰੋਂ ਅੰਦਰ ਚਿੰਤਾ ਸ਼ੁਰੂ ਹੋ ਗਈ। ਛੱਡੇ ਨ ਬੰਦਾ ਯੋ ਮਤ ਆਨੀ। ਵਜੀਦ ਖਾਨ ਨੇ ਸੋਚ ਲਿਆ ਕਿ ਹੁਣ ਬੰਦਾ ਸਿੰਘ ਬਹਾਦਰ ਆ ਕਰਕੇ ਮੈਨੂੰ ਛੱਡੇਗਾ ਨਹੀਂ, ਮੈਂ ਜੋ ਜ਼ੁਲਮ ਕੀਤਾ ਹੈ ਉਹਦੀ ਸਜ਼ਾ ਹੁਣ ਮੈਨੂੰ ਜ਼ਰੂਰ ਮਿਲੇਗੀ। ਸ਼ਹਿਰ ਮੈਂ ਪੈ ਗਿਓ ਤਰਥਲਾ। ਤੇ ਜਦੋਂ ਦੋਵੇਂ ਜਸੂਸਾਂ ਨੇ ਆ ਕਰਕੇ ਸਰਹੰਦ ਦੀ ਧਰਤੀ ਤੇ ਇਸ ਤਰ੍ਹਾਂ ਦੱਸਿਆ ਕਿ ਬੰਦਾ ਸਿੰਘ ਬਹਾਦਰ ਨੇ ਸੁਨੇਹਾ ਭੇਜਿਆ ਮੁਗਲ ਹਕੂਮਤ ਦੇ ਵਾਸਤੇ, ਕਹਿੰਦੇ ਸਰਹੰਦ ਸ਼ਹਿਰ ਦੇ ਵਿੱਚ ਖਾਲਸਾ ਜੀ ਤਰਥੱਲਾ ਮਚ ਗਿਆ, ਸਾਰੇ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ। ਘਰ ਘਰ ਚੱਲੀ ਬੰਦੇ ਕੀ ਗੱਲਾਂ। ਘਰ ਘਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੱਲਾਂ ਹੋਣ ਲੱਗ ਪਈਆਂ ਕਿ ਉਹ ਗੁਰੂ ਦਾ ਥਾਪੜਾ ਲੈ ਕਰਕੇ ਆਇਆ ਤੇ ਜਿਨੇ ਗੁਰੂ ਕੇ ਸੂਤਨਾ ਨੂੰ ਕਤਲ ਕੀਤਾ ਹੈ, ਜਿਨੇ ਗੁਰੂ ਕੇ ਲਖਤੇ ਜਿਗਰਾਂ ਨੂੰ ਕਤਲ ਕੀਤਾ ਹੈ, ਹੁਣ ਉਹਨਾਂ ਦਾ ਰਾਜ ਮਲੀਆ ਮੇਟ ਕਰਕੇ ਹੀ ਜਾਵੇਗਾ। ਆਇਓ ਆਈ ਬੋ ਬੰਦੇ ਭਈ। ਕਹਿੰਦੇ ਨੇ ਜਦੋਂ ਰਾਜ ਨੂੰ ਮੁਗਲ ਹਕੂਮਤ ਦੇ ਸਿਪਾਹੀ ਸੌਂਦੇ ਵੀ ਨੇ ਨਾ ਖਾਲਸਾ ਜੀ, ਜਦੋਂ ਵਜੀਦ ਖਾਨ ਸੌਂਦਾ ਵੀ ਹੈ, ਕਹਿੰਦੇ ਸੁੱਤਾ ਸੁੱਤਾ ਇੱਕ ਵਾਰ ਡਰ ਕੇ ਉੱਠ ਜਾਂਦਾ ਹੈ ਤੇ ਕਹਿੰਦਾ ਆ ਗਿਆ ਬੰਦਾ ਸਿੰਘ ਬਹਾਦਰ, ਆ ਗਿਆ ਬੰਦਾ ਸਿੰਘ ਬਹਾਦਰ। ਕਹਿੰਦੇ ਇਸ ਤਰ੍ਹਾਂ ਡਰਦੇ ਨੂੰ ਨੀਂਦ ਵੀ ਨਹੀਂ ਆਉਂਦੀ। ਚਹਿਤ ਕਤਲ ਵਹਿ ਸ਼ਹਿਰੇ ਪੈ ਕਈ। ਖਾਲਸਾ ਜੀ ਉਸ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਗੱਲਾਂ ਹੋਣ ਲੱਗ ਪਈਆਂ ਕਿ ਹੁਣ ਪਾਪੀਆਂ ਦਾ ਕਤਲ ਹੋਵੇਗਾ ਹੀ ਹੋਵੇਗਾ। ਦੋਹਰਾ ਵਜ਼ੀਰੇ ਕੀਓ ਗਜਬ ਜੋ ਪਿਓ ਸ਼ਹਿਰ ਕੋ ਨਾ ਹੈ। ਸ਼ਹਿਰ ਦੇ ਲੋਕ ਕਹਿਣ ਲੱਗੇ ਵੀ ਪਾਪ ਵਜੀਦ ਖਾਨ ਨੇ ਕਮਾਇਆ, ਪਰ ਉਸ ਵਜੀਦ ਖਾਨ ਦੇ ਕਮਾਏ ਹੋਏ ਪਾਪ ਦਾ ਨਾਮ ਸਾਰੇ ਸਰਹੰਦ ਸ਼ਹਿਰ ਦੇ ਸਿਰ ਮੜਿਆ ਗਿਆ। ਭਾਵ ਸਰਹੰਦ ਦੇ ਸੂਬੇ ਸਰਹੰਦ ਨੇ ਪਾਪ ਕੀਤਾ, ਪਰ ਵੱਜਦਾ ਤਾਂ ਇਹੀ ਹੈ ਵੀ ਸੂਬੇ ਸਰਹੰਦ ਨੇ ਕੀਤਾ, ਸਰਹੰਦ ਦਾ ਨਾਮ ਵੱਜਦਾ ਹੈ। ਸੋ ਦੁਖ ਸੋ ਮੁਖ ਗੁਰ ਕਹਿਓ ਇੱਟ ਦਰਿਆਏ ਪਾਏ। ਤੇ ਜਿਸ ਵਕਤ ਨੂਰੇ ਮਾਹੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਚਨ ਸੁਨਾਇਆ ਸੀ, ਕਲਗੀਧਰ ਪਾਤਸ਼ਾਹ ਆਪਣੇ ਤੀਰ ਦੀ ਨੋਕ ਦੇ ਨਾਲ ਘਾਹ ਦੇ ਬੂਟੇ ਦੇ ਨਾਲ ਚੋਜ ਕਰ ਰਹੇ ਸੀ। ਖਾਲਸਾ ਜੀ ਅੰਤ ਘਾਹ ਦਾ ਬੂਟਾ ਪਟਿਆ ਗਿਆ ਤੇ ਮਹਾਰਾਜ ਨੇ ਕਿਹਾ ਸੀ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ ਕਿ ਮੁਗਲ ਹਕੂਮਤ ਨੇ ਆਪਣੇ ਰਾਜ ਦੀ ਜੜ ਪੱਟ ਲਈ ਹੈ, ਇਹ ਹੁਣ ਪੱਟੀ ਜਾਵੇਗੀ, ਬਹੁਤੀ ਦੇਰ ਨਹੀਂ ਲੱਗੇਗੀ। ਤੇ ਸਾਡਾ ਗੁਰੂ ਕਾ ਖਾਲਸਾ ਆ ਕਰਕੇ ਸਰਹੰਦ ਸ਼ਹਿਰ ਦੀਆਂ ਇੱਟਾਂ ਨੂੰ ਦਰਿਆਵਾਂ ਦੇ ਵਿੱਚ ਵਗਾਵੇਗਾ, ਸਤਲੁਜ ਦਰਿਆ ਦੇ ਵਿੱਚ ਸਰਹੰਦ ਸ਼ਹਿਰ ਦੀ ਇੱਟ ਨੂੰ ਵਗਾ ਦੇਵੇਗਾ। ਖਾਲਸਾ ਜੀ ਤੇ ਮਹਾਰਾਜ ਨੇ ਬਚਨ ਕੀਤਾ ਕਿ ਸਰਹੰਦ ਦੀ ਧਰਤੀ ਦੇ ਉੱਤੇ ਗਧਿਆਂ ਦੇ ਨਾਲ ਹੱਲ ਵੀ ਚਲਾਏ ਜਾਣਗੇ। ਇਹ ਸੱਚ ਹੈ। ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਥੇ ਕੀਤਾ, ਇੱਟਾਂ ਦਰਿਆ ਦੇ ਵਿੱਚ ਵਗਾਈਆਂ ਤੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਨੇ ਦੂਸਰੀ ਵਾਰ ਫਿਰ ਸਰਹੰਦ ਨੂੰ ਥੇ ਕੀਤਾ ਤੇ ਸਰਹੰਦ ਦੀ ਧਰਤੀ ਤੇ ਜਾ ਕੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਨੇ ਗਧਿਆਂ ਦੇ ਨਾਲ ਹੱਲ ਵੀ ਚਲਾਏ। ਗਧਿਆਂ ਨਾਲ ਹੱਲ ਚਲਾ ਕਰਕੇ ਇੱਕ ਸਰਕਾਰ ਨੂੰ ਟੀਚਰ ਕੀਤੀ ਵੀ ਜਿਹੜਾ ਵੀ ਖਾਲਸੇ ਦੇ ਨਾਲ ਆ ਕਰਕੇ ਟੱਕਰ ਲਵੇਗਾ, ਖਾਲਸਾ ਉਹਨੂੰ ਗਧਿਆਂ ਪਿੱਛੇ ਬੰਨ ਕਰਕੇ ਸਾਰੇ ਸ਼ਹਿਰ ਦਾ ਗੇੜਾ ਲਵਾਵੇਗਾ। ਸੋ ਇਸ ਤਰ੍ਹਾਂ ਸ਼ਹਿਰ ਦੇ ਲੋਕ ਕਹਿਣ ਲੱਗੇ ਵੀ ਜੋ ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤੇ ਨੇ ਹੁਣ ਉਹ ਬਚਨ ਸੱਚ ਹੋਣਗੇ। ਚੌਪਈ ਸੋ ਵਕਤ ਅਬ ਜਾਨੀਅਤ ਆਇਆ। ਬਸ ਹੁਣ ਮੁਗਲ ਰਾਜ ਦਾ ਅੰਤ ਨੇੜੇ ਹੈ, ਉਹ ਸਮਾਂ ਆ ਚੁੱਕਿਆ ਹੈ। ਸਤਿਗੁਰ ਬਚਨ ਨ ਖਾਲੀ ਜਾਇਆ। ਕਿਉਂਕਿ ਉਹ ਡਾਢਾ ਸਤਿਗੁਰੂ ਹੈ, ਦੀਨ ਦੁਨੀ ਦਾ ਪਾਤਸ਼ਾਹ ਹੈ। ਉਸ ਡਾਢੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਵੀ ਕੀਤਾ ਹੋਇਆ ਬਚਨ ਖਾਲੀ ਨਹੀਂ ਜਾ ਸਕਦਾ। ਉਸ ਕੀ ਕਰਨੀ ਹਮ ਸਿਰ ਆਈ। ਪਰ ਜੋ ਵਜੀਦ ਖਾਨ ਨੇ ਪਾਪ ਕੀਤਾ ਉਹ ਪਾਪ ਸਾਰੇ ਸਰਹੰਦ ਸ਼ਹਿਰ ਦੇ ਸਿਰ ਤੇ ਆ ਕੇ ਬਹਿ ਗਿਆ ਹੈ। ਐਸੇ ਆਖੇ ਸ਼ਹਿਰ ਲੁਕਾਈ। ਸੋ ਇਸ ਤਰ੍ਹਾਂ ਸ਼ਹਿਰ ਦੇ ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਨੇ। ਦੋਹਰਾ ਕਹੇ ਸਿੱਖ ਪਛਤਾਏ ਤਬ ਸੋ ਲਖਣੇ ਮਸੰਦੈ ਬਾਤ। ਤੇ ਜਿਹੜਾ ਸੁਲੱਖਣਾ ਮਸੰਦ ਖਾਲਸਾ ਜੀ
ਸਰਹੰਦ ਦੀ ਧਰਤੀ ਤੇ ਰਹਿ ਕੇ ਲੋਕਾਂ ਤੋਂ ਅਗਰਾਈ ਲੈ ਕੇ ਲੋਕਾਂ ਦੀ ਮਾਇਆ ਖਾ ਜਾਂਦਾ ਸੀ, ਪਰ ਗੁਰੂ ਘਰ ਨਹੀਂ ਸੀ ਪਹੁੰਚਾਉਂਦਾ। ਆਪਣੀ ਪੂਜਾ ਕਰਾਉਣ ਲੱਗ ਪਿਆ ਸੀ, ਪੂਜਾ ਦਾ ਧਾਨ ਖਾਉਂਦਾ ਸੀ। ਕਹਿੰਦੇ ਜਦੋਂ ਸਾਹਿਬਜ਼ਾਦਿਆਂ ਨੂੰ ਕਤਲ ਕੀਤਾ ਨਾ, ਜਿਹੜਾ ਗੁਰੂ ਦੇ ਨਾਂ ਤੇ ਮਾਇਆ ਖਾਂਦਾ ਰਿਹਾ, ਉਹਨੇ ਹਾ ਦਾ ਨਾਰਾ ਵੀ ਨਹੀਂ ਸੀ ਮਾਰਿਆ। ਤੇ ਸਰਹੰਦ ਦੇ ਲੋਕ ਕਹਿਣ ਲੱਗੇ ਕਿ ਅੱਜ ਪਛਤਾਵਾ ਹੋ ਰਿਹਾ ਹੈ ਕਿ ਅਸੀਂ ਸੁਲੱਖਣੇ ਮਸੰਦ ਦੇ ਮਗਰ ਲੱਗ ਗਏ, ਪਰ ਚੰਗਾ ਹੁੰਦਾ ਜੇ ਉਸ ਵਕਤ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ। ਖਾਲਸਾ ਜੀ, ਜ਼ਮੀਰਾਂ ਦੀਆਂ ਆਵਾਜ਼ਾਂ ਉਹੀ ਸੁਣਦੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋਵੇ। ਜੋ ਤੁਮ ਹਮਕੋ ਆਖਤ ਮਰਤ ਗੁਰਨ ਸੁਤ ਬਾਸਾਥ। ਤੇ ਸੁਲੱਖਣੇ ਮਸੰਦ ਨੂੰ ਲਾਹਣਤਾ ਪਾਉਂਦੇ ਆ ਕਿ ਤੂੰ ਤੇ ਆਪਣੀ ਜ਼ਮੀਰ ਮਾਰ ਕੇ ਚੁੱਪ ਕਰ ਰਿਹਾ, ਪਰ ਅਸੀਂ ਅੱਜ ਪਛਤਾਵੇ ਵਿੱਚ ਆ ਕਿ ਅਸੀਂ ਤੇਰੀ ਗੱਲ ਸੁਣੀ, ਪਰ ਤੂੰ ਵੀ ਲਾਹਣਤੀ ਹੈ। ਜੇ ਤੂੰ ਇੱਕ ਵਾਰ ਵੀ ਕਹਿੰਦਾ ਤੇ ਅਸੀਂ ਹਕੂਮਤ ਦੇ ਖਿਲਾਫ ਟੱਕਰ ਜ਼ਰੂਰ ਲੈਂਦੇ, ਹਾ ਦਾ ਨਾਰਾ ਜ਼ਰੂਰ ਮਾਰਦੇ। ਚੋਪਈ ਤੁਮ ਕਹਿ ਹਮ ਤੇ ਦਰਬ ਦਿਲਾਵਤ। ਕਹਿਣ ਲੱਗੇ ਤੂੰ ਸਾਡੇ ਕੋਲੋਂ ਮਾਇਆ ਲੈ ਕਰਕੇ ਖਾਂਦਾ ਰਿਹਾ, ਪਰ ਤੈਨੂੰ ਚਾਹੀਦਾ ਸੀ ਸਾਨੂੰ ਦ੍ਰਿੜ ਕਰਦਾ। ਸਾਥ ਸਵਰਨ ਮੋ ਮੋਤੀ ਚਲਾ ਤਲਾਵਤ। ਕਹਿਣ ਲੱਗਾ ਤੂੰ ਕਹਿਣਾ ਕਿ ਸਾਹਿਬਜ਼ਾਦੇ ਉਹਨਾਂ ਨੂੰ ਕਤਲ ਹੋ ਲੈਣ ਦੋ, ਮੈਂ ਤੁਹਾਨੂੰ ਹੀਰੇ ਮੋਤੀਆਂ ਦੇ ਵਿੱਚ ਮੜਾਂਗਾ। ਤੂੰ ਆਪਣੀ ਜ਼ਮੀਰ ਦੀ ਆਵਾਜ਼ ਬੰਦ ਕਰ ਲਈ। ਸੋ ਦਰਬ ਸਭ ਲੁੱਟੀ ਜਾਊਗਾ, ਪਰ ਚੇਤੇ ਰੱਖ ਤੇਰੀ ਇਹ ਦੌਲਤ, ਇਹ ਝੂਠੀ ਮਾਇਆ ਇੱਕ ਦਿਨ ਲੁੱਟੀ ਜਾਵੇਗੀ। ਪ੍ਰਾਣ ਹਮੇ ਲੈ ਸੰਗ ਸਿਧਾਊਗਾ, ਤੇ ਸਾਡੀ ਜ਼ਿੰਦਗੀ ਵੀ ਜਾਵੇਗੀ, ਕਿਉਂਕਿ ਅਸੀਂ ਐਸਾ ਜ਼ੁਲਮ ਆਪਣੇ ਅੱਖਾਂ ਨਾਲ ਵੇਖਿਆ। ਖਾਲਸਾ ਜੀ, ਜਿੱਥੇ ਜ਼ੁਲਮ ਕਰਨਾ ਪਾਪ ਹੈ, ਉੱਥੇ ਜ਼ੁਲਮ ਵੇਖਣਾ ਵੀ ਪਾਪ ਹੈ। ਜੇ ਅੱਖਾਂ ਦੇ ਸਾਹਮਣੇ ਕਿਤੇ ਗਲਤੀ ਹੋ ਰਹੀ ਹੈ, ਕੋਈ ਗਲਤ ਕਰ ਰਿਹਾ, ਕੋਈ ਪਾਪ ਕਰ ਰਿਹਾ, ਜੇ ਖਾਲਸਾ ਜੀ ਆਪਾਂ ਕਹੀਏ ਵੀ ਪਾਪ ਕਰਨ ਵਾਲੇ ਨੂੰ ਬੁਰਾਈ ਮਿਲੇਗੀ ਤੇ ਗਲਤ ਹੈ। ਪਾਪ ਕਰਨਾ ਵੀ ਪਾਪ ਹੈ ਤੇ ਪਾਪ ਵੇਖਣਾ ਵੀ ਪਾਪ ਹੈ। ਜੇ ਤੁਹਾਡੇ ਸਾਹਮਣੇ ਕਿਸੇ ਨਾਲ ਕੋਈ ਗਲਤ ਵਰਤਾਰਾ ਕਰ ਰਿਹਾ, ਗਲਤ ਬਿਹੇਵ ਕਰ ਰਿਹਾ ਨਾ, ਤੇ ਜੇ ਉਹਨੂੰ ਵੇਖ ਕੇ ਅਸੀਂ ਚੁੱਪ ਕਰਕੇ ਲੰਘ ਰਹੇ ਹਾਂ, ਤੇ ਮਹਾਰਾਜ ਕਹਿੰਦੇ ਸਾਡੇ ਤੋਂ ਵੱਡਾ ਪਾਪੀ ਕੋਈ ਨਹੀਂ। ਜੇ ਤੇਰੇ ਸਾਹਮਣੇ ਕੋਈ ਕਿਸੇ ਤੇ ਅਤਿਆਚਾਰ ਕਰ ਰਿਹਾ, ਜ਼ੁਲਮ ਕਰ ਰਿਹਾ, ਹੋਰ ਕੁਝ ਨਹੀਂ ਕਰ ਸਕਦਾ, ਘੱਟੋ ਘੱਟ ਹਾ ਦਾ ਨਾਰਾ ਮਾਰ ਕੇ ਆਪਣੀ ਹਸਤੀ ਤੇ ਕਾਇਮ ਰੱਖ। ਚੋਪਈ ਜੋ ਜਬ ਬੰਦੇ ਚਿੱਤ ਵਿਚਾਰੀ। ਹੁਣ ਉਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ, ਵਜ਼ੀਰਾ ਲੁਟਾਏ ਕਰ ਫੌਜ ਸਾਰੀ। ਕਿ ਹੁਣ ਸਾਰੀ ਫੌਜ ਨੂੰ ਇਕੱਠਿਆਂ ਕਰਕੇ, ਖਾਲਸਿਆਂ ਨੂੰ ਇਕੱਠਿਆਂ ਕਰਕੇ ਵਜੀਦ ਖਾਨ ਨੂੰ ਮਾਰ ਮਕਾਉਣਾ ਚਾਹੀਦਾ ਹੈ। ਮਤ ਮੁਝੈਲ ਸਿੰਘ ਰਹੇ ਸੋ ਖਾਲੀ। ਔਰ ਸਾਰੇ ਸਿੰਘਾਂ ਨੂੰ ਰਲਾਉਣ ਦਾ ਕਾਰਨ ਇਹ ਸੀ ਵੀ ਜਿਨ੍ਹਾਂ ਦੇ ਗੁਰੂ ਦੇ ਲਖਤੇ ਜਿਗਰ ਸ਼ਹੀਦ ਕੀਤੇ ਨੇ, ਹਰ ਇੱਕ ਦੇ ਮਨ ਵਿੱਚ ਦਰਦ ਸੀ, ਹਰ ਇੱਕ ਦੇ ਮਨ ਵਿੱਚ ਤੜਪ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਵਿਚਾਰਿਆ ਕਿ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ। ਜਿਹੜੇ ਮਾਝੇ ਦੇ ਮਝੈਲ ਸਿੰਘ ਨੇ, ਕਿਤੇ ਉਹਨਾਂ ਦੇ ਮਨ ਵਿੱਚ ਇਹ ਨਾ ਰਹਿ ਜਾਵੇ ਕਿ ਅਸੀਂ ਜਾ ਕਰਕੇ ਸੂਬੇ ਸਰਹੰਦ ਨੂੰ ਸੋਧਿਆ ਨਹੀਂ। ਇਸ ਕਰਕੇ ਸਾਰਿਆਂ ਨੂੰ ਨਾਲ ਲੈ ਕਰਕੇ ਚੱਲਣ ਦਾ ਫੈਸਲਾ ਲਿਆ। ਸੋ ਆਵੇਂਗੇ ਦੂਰੋਂ ਚਾਲੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਉਹ ਦੂਰੋਂ ਚੱਲ ਕੇ ਆ ਰਹੇ ਨੇ, ਤੇ ਜੇ ਉਹ ਸਰਹੰਦ ਦੀ ਜੰਗ ਵਿੱਚ ਸ਼ਾਮਲ ਨਾ ਹੋਏ ਤੇ ਉਹਨਾਂ ਦੇ ਮਨ ਦੇ ਵਿੱਚ ਇਹ ਰਹਿ ਜਾਵੇਗਾ ਕਿ ਅਸੀਂ ਜਾ ਕੇ ਬਦਲਾ ਨਹੀਂ ਲਿਆ। ਜਮਨੇ ਵਾਰ ਸੋ ਸ਼ਹਿਰ ਤੁਰਕਾਣੋ। ਤੇ ਜਿਹੜਾ ਇਹ ਜਮਨੇ ਤੋਂ ਉਰਲਾ ਸ਼ਹਿਰ ਸੀ ਖਾਲਸਾ ਜੀ ਤੁਰਕਾਂ ਦਾ, ਕਹਿੰਦੇ ਹੁਣ ਇਹਨੂੰ ਸੋਧਣ ਦੀ ਤਿਆਰੀ ਸ਼ੁਰੂ ਹੋਈ। ਉਂਜਪੁਰ ਮਾਰੀਏ ਬੈਰ ਪੁਰਾਣੋ। ਕਿ ਜਿਹੜਾ ਇਹ ਖਾਲਸਾ ਜੀ ਜਮਨਾ ਦੇ ਉਰਲੇ ਬੰਨੇ ਸ਼ਹਿਰ ਹੈ ਕਰਨਾਲ ਜ਼ਿਲ੍ਹੇ ਦੇ ਵਿੱਚ, ਇਹ ਸੂਬੇ ਸਰਹੰਦ ਦਾ ਵਜੀਦ ਖਾਨ ਦਾ ਪਿੰਡ ਸੀਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਪਹਿਲਾਂ ਇਹ ਜਿਹੜਾ ਅੱਜ ਕਰਨਾਲ ਜ਼ਿਲ੍ਹੇ ਦੇ ਵਿੱਚ ਪਿੰਡ ਹੈ, ਇਹਨੂੰ ਸੋਧ ਲਿਆ ਜਾਵੇ, ਕਿਉਂਕਿ ਇਹਨੂੰ ਸੋਧਾਂਗੇ ਨਿੱਕੇ ਨਿੱਕੇ ਇਲਾਕੇ ਪਹਿਲਾਂ ਫਤਿਹ ਹੋ ਜਾਣਗੇ, ਇਹਨਾਂ ਦੀ ਟੁਕੜੀਆਂ ਫੌਜਾਂ ਦੀਆਂ ਮਾਰ ਮੁਕਾਈਆਂ ਜਾਣਗੀਆਂ, ਤੇ ਬਾਅਦ ਵਿੱਚ ਖਾਲਸਾ ਵੀ ਇਕੱਠਾ ਹੋ ਜਾਵੇਗਾ ਤੇ ਸਰਹੰਦ ਨੂੰ ਫਤਿਹ ਕਰਨਾ ਬਹੁਤ ਸੁਖੈਲਾ ਹੋ ਜਾਵੇਗਾ। ਪਹਿਲੋ ਮਾਰ ਉਹਨੇ ਕੋ ਲੀਜੈ। ਇਸ ਕਰਕੇ ਵਿਚਾਰ ਬਣਾ ਲਈ ਵੀ ਪਹਿਲਾਂ ਇਸ ਜ਼ਿਲ੍ਹੇ ਨੂੰ, ਇਸ ਇਲਾਕੇ ਨੂੰ ਲੁੱਟਿਆ ਜਾਵੇ। ਤੌਲੋ ਮਝੈਲ ਰਲਾਏ ਸੋ ਲੀਜੈ। ਇਸ ਇਲਾਕੇ ਨੂੰ ਲੁੱਟਣ ਤੋਂ ਬਾਅਦ ਮਾਝੇ ਦੇ ਸਿੰਘਾਂ ਨੂੰ ਵੀ ਨਾਲ ਰਲਾ ਲਵਾਂਗੇ। ਸ਼ਹਿਰ ਸੰਢੋਰੋ ਤਿੰਨ ਸੁਣ ਲਿਓ। ਤੇ ਖਾਲਸਾ ਜੀ ਹੁਣ ਜਿਹੜਾ ਸ਼ਹਿਰ ਸਢੋਰਾ ਹੈ, ਪੀਰ ਕਰਮਾਤੀ ਤਹਿ ਮਹਿ ਆਇਓ। ਕਹਿੰਦੇ ਸਢੋਰੇ ਸ਼ਹਿਰ ਦੇ ਵਿੱਚ ਨਾ ਇੱਕ ਕਬਰ ਹੁੰਦੀ ਸੀ।
ਉਹਨੂੰ ਕਰਾਮਾਤੀ ਕਬਰ ਕਿਹਾ ਜਾਂਦਾ ਸੀ। ਉਸੇ ਪਰਛਾਵੇਂ ਛੂਹੇ ਨਾ ਆਗ। ਕਹਿੰਦੇ ਉਸ ਕਬਰ ਦੇ ਹੇਠਾਂ ਰਸਤਾ ਬਣਾਇਆ ਹੋਇਆ ਸੀਗਾ ਮੁਗਲ ਹਕੂਮਤ ਨੇ, ਤੇ ਕਹਿੰਦੇ ਸੀ ਜਿਹੜਾ ਇਸ ਕਬਰ ਦੇ ਪਰਛਾਵੇਂ ਦੇ ਵਿੱਚੋਂ ਲੰਘ ਜਾਂਦਾ ਉਹਨੂੰ ਅੱਗ ਨਹੀਂ ਲੱਗਦੀ। ਤੇ ਮੁਗਲ ਹਕੂਮਤ ਜਿਹੜੇ ਸਨਾਤਨ ਮਤ ਦੇ ਲੋਕ ਇਸਲਾਮ ਮਤ ਨੂੰ ਕਬੂਲ ਨਹੀਂ ਸੀ ਨਾ ਕਰਦੇ, ਖਾਲਸਾ ਜੀ ਉਹਨਾਂ ਨੂੰ ਫਿਰ ਮੁਸਲਮਾਨੀ ਤਰੀਕੇ ਦੇ ਨਾਲ ਮਾਰਨ ਵਾਸਤੇ ਉਹਨਾਂ ਨੇ ਇਹ ਤਰੀਕਾ ਅਪਣਾ ਲਿਆ ਵੀ ਜਦੋਂ ਹਿੰਦੂ ਪਕੜੇ ਜਾਣ ਉਹਨਾਂ ਨੂੰ ਮਾਰ ਕੇ ਇਸ ਕਬਰ ਦੇ ਹੇਠਾਂ ਦੀ ਲੰਘਾ ਦਿਓ, ਕਿਉਂਕਿ ਫਿਰ ਉਹਨਾਂ ਦਾ ਸੰਸਕਾਰ ਨਹੀਂ ਹੋਵੇਗਾ, ਤੇ ਜਦੋਂ ਸੰਸਕਾਰ ਨਹੀਂ ਹੋਵੇਗਾ ਲੋਕ ਉਹਨਾਂ ਨੂੰ ਦਫਨ ਕਰਨਗੇ, ਤੇ ਜਦੋਂ ਦਫਨ ਕਰਨਗੇ ਉਹ ਇਸਲਾਮ ਮਤ ਦੇ ਤਰੀਕੇ ਨਾਲ ਹੋਵੇਗਾ, ਸਨਾਤਨ ਮਤ ਤਰੀਕੇ ਨਾਲ ਨਹੀਂ ਹੋਵੇਗਾ। ਸੋ ਇਸ ਤਰ੍ਹਾਂ ਉਹ ਕਰਾਮਾਤੀ ਕਬਰ ਮੰਨੀ ਜਾਂਦੀ ਸੀ। ਜਿਹੜਾ ਮੁਰਦਾ ਉਹਦੇ ਥੱਲੋਂ ਲੰਘ ਜਾਂਦਾ ਸੀ ਨਾ, ਜਿੰਨੀਆਂ ਮਰਜ਼ੀਆਂ ਲੱਕੜਾਂ ਬਾਲ ਲੈਣ, ਮੁਰਦੇ ਨੂੰ ਅੱਗ ਨਹੀਂ ਸੀ ਲੱਗਦੀ। ਐਸੀ ਪਤਾ ਨਹੀਂ ਉਹਨਾਂ ਨੇ ਉੱਥੇ ਤਾਕਤ, ਐਸੀ ਕਰਾਮਾਤ ਉੱਥੇ ਵਾਪਰਦੀ ਵੇਖੀ ਹੋਈ ਸੀ। ਕਿਹੋ ਬੰਦੇ ਉਸ ਦਿਓ ਮੈਂ ਦਾਗ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਕੋਲ ਆ ਕਰਕੇ ਕੁਝ ਸੱਜਣਾ ਨੇ ਕਿਹਾ ਵੀ ਉੱਥੇ ਇੱਕ ਕਰਾਮਾਤੀ ਕਬਰ ਹੈ ਜਿਹਦੇ ਪਰਛਾਵੇਂ ਦੇ ਹੇਠਾਂ ਕੋਈ ਲੰਘ ਜਾਵੇ ਉਹਨੂੰ ਅੱਗ ਨਹੀਂ ਲੱਗਦੀ, ਬਾਬਾ ਬੰਦਾ ਸਿੰਘ ਬਹਾਦਰ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਜਿਨ੍ਹਾਂ ਨੂੰ ਹੰਕਾਰ ਦੀ ਅੱਗ ਲੱਗ ਜਾਵੇ ਉਹਨਾਂ ਨੂੰ ਬਾਹਰਲੀ ਅੱਗ ਵੀ ਛੇਤੀ ਲੱਗ ਜਾਂਦੀ ਹੈ, ਤੇ ਪਰਵਾਹ ਨਾ ਕਰੋ, ਮੈਂ ਜਾ ਕਰਕੇ ਵੇਖਦਾ ਵੀ ਕਿਹੜੀ ਕਰਾਮਾਤੀ ਕਬਰ ਹੈ। ਦੋਹਰਾ ਆਗ ਲਾਗ ਐਸੇ ਜਰੇ ਜੈਸੇ ਰੂਈ ਜਰਾਏ। ਤੇ ਗੁਰੂ ਦੇ ਥਾਪੜੇ ਨਾਲ ਮੈਂ ਇਹ ਗੱਲ ਦਾ ਦਾਵਾ ਕਰਦਾ, ਗੁਰੂ ਦੀ ਕਿਰਪਾ ਦੇ ਨਾਲ, ਕਿ ਜਿਹੜੇ ਕਹਿੰਦੇ ਉਹ ਕਬਰ ਦੇ ਪਰਛਾਵੇਂ ਤੋਂ ਕੋਈ ਲੱਗ ਜੇ ਉਹਨੂੰ ਅੱਗ ਨਹੀਂ ਲੱਗਦੀ, ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਉਹਦੇ ਵੱਲ ਵੇਖਾਂਗਾ ਤੇ ਕਹਿੰਦੇ ਉਹ ਕਬਰ ਇਸ ਤਰ੍ਹਾਂ ਸੜ ਕੇ ਸਵਾਹ ਹੋਵੇਗੀ ਜਿਵੇਂ ਰੂਈ ਸੜ ਕੇ ਸਵਾਹ ਹੋ ਜਾਂਦੀ ਹੈ। ਬਿਨ ਪੀ ਆਸਰ ਔਰ ਕੇ ਚਲੇ ਸੰਭਾਲੇ ਦਾਏ। ਸੋ ਇਸ ਤਰ੍ਹਾਂ ਅੱਗ ਦੀਆਂ ਲਾਟਾਂ ਆਕਾਸ਼ ਵੱਲ ਉੱਡਦੀਆਂ ਤੁਸੀਂ ਸਾਰੇ ਵੇਖੋਗੇ ਕਿ ਕਿਸ ਤਰ੍ਹਾਂ ਉਸ ਕਬਰ ਨੂੰ ਸਾੜ ਕੇ ਸਵਾਹ ਕਰਾਂਗਾ। ਚੌਪਈ ਜਾਰ ਉਸੇ ਦਿਉ ਰਾਖ ਉਡਾਈ। ਤੇ ਖਾਲਸਾ ਜੀ ਬੰਦਾ ਸਿੰਘ ਬਹਾਦਰ ਨੇ ਇਸ ਤਰ੍ਹਾਂ ਬਚਨ ਕੀਤੇ ਤੇ ਕਹਿਣ ਲੱਗੇ ਕਿ ਚੱਲੋ ਮੇਰੇ ਨਾਲ ਚੱਲੋ, ਤੇ ਜਾ ਕਰਕੇ ਵੇਖੋ ਕਿ ਕਿਸ ਤਰ੍ਹਾਂ ਅੱਗ ਦੇ ਭਾਂਬੜ ਮਚਣਗੇ। ਉਹ ਜਾਣਿਓ ਹਮ ਕਲਾ ਸਵਾਈ। ਤੇ ਜਦੋਂ ਅੱਗ ਦੇ ਭਾਂਬੜ ਮਚ ਗਏ ਫਿਰ ਵੇਖ ਲਿਓ ਵੀ ਗੁਰੂ ਦੀ ਕਲਾ ਕਿਸ ਤਰ੍ਹਾਂ ਵਰਤਦੀ ਹੈ। ਜੋ ਕਹਿ ਕੀਨੀ ਬੰਦੇ ਧਾਈ। ਇਹ ਕਹਿ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੋਰੇ ਪਿੰਡ ਦੇ ਉੱਤੇ ਧਾਵਾ ਬੋਲ ਦਿੱਤਾ। ਤਿੰਨੋ ਸੌ ਸ਼ਹਿਰ ਲੁਟਾਈ। ਤੇ ਖਾਲਸਾ ਜੀ ਜਾਂਦਿਆਂ ਹੀ ਖਾਲਸਾ ਜੀ ਸਾਰਾ ਸ਼ਹਿਰ ਲੁੱਟ ਲਿਆ। ਹਿੰਦੂਆਂ ਕੇ ਘਰ ਲੀਨੇ ਰਾਖ। ਤੇ ਜਿਹੜੇ ਸਨਾਤਨ ਮਤ ਦੇ ਲੋਕ ਸੀ ਉਹਨਾਂ ਦੇ ਘਰ ਬਚਾ ਲਏ। ਮੁਸਲਮਾਨ ਕਈ ਕਤਲ ਹੋਇਆ। ਜਿਹੜੇ ਮੁਗਲ ਹਕੂਮਤ ਦੀ ਫੌਜ ਸੀ ਉਹਨਾਂ ਨੂੰ ਲੁੱਟ ਲਿਆ, ਮਾਰ ਮੁਕਾਇਆ। ਬੋਦੀ ਵਾਲੇ ਨਾਏ ਸਤਾਇਓ। ਜਿਹੜੇ ਬੋਦੀਆਂ ਵਾਲੇ ਸੀ ਉਹਨਾਂ ਨੂੰ ਕੁਝ ਨਹੀਂ ਕਿਹਾ। ਬਿਨ ਬੋਦੀ ਦਿਖ ਮਾਰ ਗਵਾਇਓ। ਤੇ ਜਿਹੜੇ ਮੁਗਲ ਹਕੂਮਤ ਦੇ ਸਿਪਾਹੀ ਸੀ ਉਹਨਾਂ ਦਾ ਸੌਦਾ ਲਾ ਦਿੱਤਾ। ਦੋਰਾ ਜੋ ਹਿੰਦੂਆਂ ਘਰ ਜਾ ਛਿਪੇ ਤੇ ਉਲਏ ਉਹ ਬਾਰ। ਤੇ ਖਾਲਸਾ ਜੀ ਕੁਝ ਕਿਉਂਕਿ ਚੰਗੇ ਮਾਰੇ ਸਾਰੇ ਧਰਮਾਂ 'ਚ ਹੁੰਦੇ ਨੇ, ਜਿਹੜੇ ਚੰਗੇ ਸੀ ਇਸਲਾਮ ਮਤ ਦੇ ਵਿੱਚ, ਕਿਉਂਕਿ ਪੀਰ ਬੁੱਧੂ ਸ਼ਾਹ ਵੀ ਇਸਲਾਮ ਮਤ ਵਿੱਚ ਹੋਏ, ਸਾਈਂ ਭੀਖਣ ਸ਼ਾਹ ਇਸਲਾਮ ਮਤ ਵਿੱਚ ਹੋਏ, ਸਾਈਂ ਮੀਆਂ ਮੀਰ ਜਿਨ੍ਹਾਂ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਉਹ ਵੀ ਇਸਲਾਮ ਮਤ ਵਿੱਚ ਹੋਏ, ਚੰਗੇ ਵੀ ਹੁੰਦੇ ਨੇ। ਸੋ ਜਿਹੜੇ ਚੰਗੇ ਸੀ ਉਹ ਇੱਕ ਦੂਸਰੇ ਦੇ ਨਾਲ ਸੰਧੀ ਪਿਆਰ ਰੱਖਦੇ ਸਨ। ਜਿਹੜੇ ਚੰਗੇ ਇਸਲਾਮ ਮਤ ਦੇ ਪੈਰੋਕਾਰ ਸੀ ਸਨਾਤਨ ਮਤ ਵਾਲਿਆਂ ਦੇ ਘਰ ਚਲੇ ਜਾਂਦੇ ਨੇ, ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਮੁਸਲਮਾਨ ਲੋਕਾਂ ਨੂੰ ਕੁਝ ਵੀ ਨਹੀਂ ਕਹਿੰਦੇ। ਜੋ ਸਿੰਘਨ ਕੇ ਹੱਥ ਚੜੇ ਸੋ ਉਨ ਦੀਨੇ ਮਾਰ। ਕਿਉਂਕਿ ਖਾਲਸੇ ਦਾ ਕਿਸੇ ਧਰਮ ਨਾਲ ਵੈਰ ਨਹੀਂ, ਖਾਲਸੇ ਦਾ ਵੈਰ ਹੈ ਜ਼ੁਲਮ ਦੇ ਨਾਲ। ਚੌਪਈ ਪੀਰ ਤਬੂਤ ਉਤ ਪੋਟ ਟਿਕਾਇਆ। ਜਦੋਂ ਹੁਣ ਬੰਦਾ ਸਿੰਘ ਬਹਾਦਰ ਨੇ ਜਾ ਕੇ ਕਬਰ ਵੇਖੀ ਜਿਹਨੂੰ ਕਰਾਮਾਤੀ ਕਬਰ ਕਹਿੰਦੇ ਸੀ, ਵੇਖਿਆ ਵੀ ਉਹ ਕਬਰ ਦਰਵਾਜ਼ੇ ਦੇ ਉੱਤੇ ਬਣਾਈ ਹੋਈ ਸੀ, ਉਸ ਕਬਰ ਦੇ ਹੇਠਾਂ ਰਸਤਾ ਲੰਘਦਾ ਸੀ। ਤਿਸ ਕੇ ਹੇਠ ਤੋਂ ਰਾਹੇ ਚਲਾਇਆ। ਤੇ ਦਰਵਾਜ਼ਾ ਬਣਾ ਕਰਕੇ ਰਸਤਾ ਕੱਢਿਆ ਸੀ ਵੀ ਲੋਕ ਜਦੋਂ ਮੁਰਦਾ ਲੈ ਕੇ ਜਾਣ ਤੇ ਕਬਰ ਦੇ ਹੇਠਾਂ ਦੀ ਲੰਘਣ। ਜੋ ਤਿਸ ਕੇ ਪਰਛਾਵੇਂ ਆਵੇ। ਤੇ ਜਿਹੜਾ ਵੀ ਕਬਰ ਦੇ ਹੇਠਾਂ ਲੰਘ ਜਾਂਦਾ ਹੈ, ਕਬਰ ਦਾ ਪਰਛਾਵਾਂ ਜਿੰਨੂੰ ਵੀ ਪੈ ਜਾਂਦਾ ਹੈ, ਉਸ ਕੋ ਅਗਨੀ ਨਾਹੇ ਜਲਾਵੇ। ਉਸ ਬੰਦੇ ਨੂੰ, ਉਸ ਮੁਰਦੇ ਨੂੰ ਅੱਗ ਨਹੀਂ ਸਾੜਦੀ, ਅੱਗ ਉਹਨੂੰ ਹੱਥ ਵੀ ਨਹੀਂ ਲਾ ਸਕਦੀ। ਹਿੰਦੂ ਹੋਏ ਭਾਵੇਂ ਮੁਸਲਮਾਨ, ਭਾਵੇਂ
ਕੋਈ ਹਿੰਦੂ ਤੇ ਭਾਵੇਂ ਮੁਸਲਮਾਨ ਜਿਹੜਾ ਕਬਰ ਦੇ ਥੱਲੇ ਦੀ ਲੰਘਦਾ ਸੀ ਉਹਨੂੰ ਅੱਗ ਨਹੀਂ ਸੀ ਸਾੜ ਸਕਦੀ, ਹੋਏ ਮਰੇ ਸੋ ਤੁਰਕ ਸਮਾਨ। ਕਿਉਂਕਿ ਇਹ ਉਸ ਕਰਾਮਾਤੀ ਦਰਗਾਹ ਕਰਾਮਾਤੀ ਕਬਰ ਦੀ ਕਰਾਮਾਤ ਸੀ। ਤੇ ਕਹਿਣ ਲੱਗੇ ਇੱਕ ਇਹ ਵੀ ਤਰੀਕਾ ਸੀ ਵੀ ਜਿਹੜੇ ਹਿੰਦੂ ਲੋਕ ਮਰਨਗੇ ਜਦੋਂ ਉਹ ਸੜਨਗੇ ਨਹੀਂ, ਅੱਗ ਨਹੀਂ ਲੱਗੇਗੀ, ਸੰਸਕਾਰ ਨਹੀਂ ਹੋਵੇਗਾ, ਤੇ ਉਹਨਾਂ ਨੂੰ ਵੀ ਇਸਲਾਮ ਮਤ ਅਨੁਸਾਰ ਦਫਨ ਹੀ ਕਰਨਾ ਪਵੇਗਾ। ਸੋ ਦਰਵਾਜ਼ਿਓਂ ਲਿਓ ਉਤਾਰ। ਤੇ ਖਾਲਸਾ ਜੀ ਜਦੋਂ ਬੰਦਾ ਸਿੰਘ ਬਹਾਦਰ ਨੇ ਵੇਖਿਆ ਰਸਤੇ ਬੰਦ ਕਰ ਦਿੱਤੇ, ਕਬਰ ਨੂੰ ਥੱਲੇ ਲਾ ਲਿਆ। ਕੱਢ ਸੰਦੂਖੋਂ ਵੈਦੀ ਉਜਾਰ। ਤੇ ਕਬਰ ਦੇ ਅੰਦਰ ਜਿਹੜਾ ਸੰਦੂਕ ਦੇ ਵਿੱਚ ਖਾਲਸਾ ਜੀ ਪਿੰਜਰ ਪਾਇਆ ਹੋਇਆ ਸੀ ਉਹਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਨਿਗਾਹ ਭਰ ਕੇ ਵੇਖਿਆ। ਛੂਹੀ ਅਗਨ ਤੈ ਕ੍ਰਿਤ ਜਿਉ ਜਰਿਓ। ਤੇ ਕਹਿੰਦੇ ਜਦੋਂ ਬੰਦਾ ਸਿੰਘ ਬਹਾਦਰ ਨੇ ਨਿਗਾਹ ਭਰ ਕੇ ਵੇਖਿਆ ਅੱਗ ਦੀਆਂ ਲਾਟਾਂ ਨਿਕਲਣ ਲੱਗ ਗਈਆਂ, ਅੱਗ ਮੱਚ ਗਈ, ਅੱਗ ਦੇ ਭਾਂਬੜ ਮੱਚ ਗਏ। ਜਨਕ ਬਰੂਦੇ ਤੋੜਾ ਤਰਿਓ। ਕਹਿੰਦੇ ਜਿਸ ਤਰ੍ਹਾਂ ਬਰੂਦ ਅੱਗ ਫੜਦੀ ਹੈ, ਕਹਿੰਦੇ ਇਸ ਤਰ੍ਹਾਂ ਉਹ ਕਰਾਮਾਤੀ ਕਬਰ ਨੂੰ ਜਦੋਂ ਬੰਦਾ ਸਿੰਘ ਬਹਾਦਰ ਨੇ ਨਿਗਾਹ ਭਰ ਕੇ ਵੇਖਿਆ, ਉਹ ਕਬਰ ਨੇ ਇਸ ਤਰ੍ਹਾਂ ਅੱਗ ਪਕੜੀ ਜਿਵੇਂ ਬਰੂਦ ਅੱਗ ਪਕੜਦਾ ਹੈ। ਭਈ ਰਾਖ ਉਸ ਛੁਤੇ ਆਗ। ਤੇ ਖਾਲਸਾ ਜੀ ਵੇਖਦੇ ਵੇਖਦੇ ਉਹ ਸੜ ਕੇ ਸਵਾਹ ਹੋ ਗਈ, ਰਾਖ ਹੋ ਗਈ। ਭਈ ਖਬਰ ਐ ਮੱਕੇ ਤਾਗ। ਇਹ ਸਾਰੀ ਦੁਨੀਆ ਦੇ ਵਿੱਚ ਇਸ ਗੱਲ ਦੀ ਧਾਕ ਪੈ ਗਈ ਵੀ ਜਿਸ ਕਬਰ ਨੂੰ ਜਾ ਕੇ ਕੋਈ ਛੂੰਹਦਾ ਨਹੀਂ ਸੀ, ਬੰਦਾ ਸਿੰਘ ਬਹਾਦਰ ਦੇ ਵੇਖਦਿਆਂ ਹੀ ਅੱਗ ਦੀਆਂ ਲਾਟਾਂ ਨਿਕਲਣ ਲੱਗ ਪਈਆਂ। ਤਬ ਬੰਦੇ ਯੋ ਮੁਖੋਂ ਉਚਾਰਾ। ਤੇ ਬੰਦਾ ਸਿੰਘ ਬਹਾਦਰ ਨੂੰ ਸਿੰਘ ਪੁੱਛਦੇ ਆ ਵੀ ਇਸ ਗੱਲ ਪਿੱਛੇ ਰਮਜ਼ ਕੀ ਹੈ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਚਨ ਕੀਤਾ। ਅੰਪੈ ਮੰਤਰ ਲੂਣਾ ਸਾਰਾ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਜਿਹੜੀ ਅਲੂਣਾ ਮੰਤਰਾਂ ਦੀ ਪੋਥੀ ਹੈ ਨਾ ਕਰਾਮਾਤਾਂ ਦੀ, ਉਹਦੇ ਵਿੱਚ ਇੱਕ ਮੰਤਰ ਆਉਂਦਾ ਹੈ, ਉਹ ਮੰਤਰ ਜਿਹੜਾ ਪੜ ਲਵੇ ਉਹਨੂੰ ਅੱਗ ਨਹੀਂ ਸਾੜਦੀ। ਤੇ ਕਹਿੰਦਾ ਉਹ ਪੋਥੀ ਮੈਂ ਚੰਗੀ ਤਰ੍ਹਾਂ ਪੜ੍ਹੀ ਹੋਈ ਹੈ, ਉਸ ਮੰਤਰ ਦਾ ਤੋਟ ਵੀ ਮੈਨੂੰ ਪਤਾ ਹੈ, ਇਸ ਕਰਕੇ ਮੈਨੂੰ ਇਸ ਗੱਲ ਦਾ ਗਿਆਤ ਹੈ ਕਿ ਇਹ ਕਿਹੜੀ ਕਰਾਮਾਤ ਹੈ, ਕਿਹੜਾ ਮੰਤਰ ਹੈ। ਇਸਮੇ ਮੰਤਰ ਆਏ ਚੌਥਾਈ। ਇਸ ਕਰਕੇ ਇਹ ਚੌਥੇ ਹਿੱਸੇ ਵਾਲਾ ਮੰਤਰ ਸੀ ਜਿਹੜਾ ਪੜ ਕੇ ਇਹਨਾਂ ਨੇ ਕਬਰ ਬਣਾਈ ਸੀ। ਯਾ ਤੇ ਹੋਤੀ ਅਗਨ ਬੁਝਾਈ। ਪਰ ਚੇਤੇ ਰੱਖਿਓ ਸਾਰੇ ਮੰਤਰ ਗੁਰਬਾਣੀ ਅੱਗੇ, ਗੁਰੂ ਕੇ ਸਿੱਖਾਂ ਅੱਗੇ ਫੇਲ ਹੋ ਜਾਂਦੇ ਆ। ਜਿੱਥੇ ਗੁਰੂ ਕਾ ਸਿੱਖ ਆ ਕੇ ਖੜ ਜਾਂਦਾ ਹੈ, ਮੰਤਰਾਂ ਦਾ ਮੰਤਰ ਮਹਾ ਮੰਤਰ ਮੂਲ ਮੰਤਰ ਦਾ ਜਾਪ ਕਰ ਲੈਂਦਾ ਹੈ, ਉੱਥੇ ਵੱਡੇ ਵੱਡੇ ਮੰਤਰਾਂ ਦੇ ਖਾਲਸਾ ਜੀ ਜਾਦੂ ਖਤਮ ਹੋ ਜਾਂਦੇ ਨੇ, ਵੱਡੇ ਵੱਡੇ ਟੂਣੇ ਟੁੱਟ ਜਾਂਦੇ ਨੇ, ਵੱਡੇ ਵੱਡੇ ਕਰਾਮਾਤਾਂ ਖਤਮ ਹੋ ਜਾਂਦੀਆਂ। ਜਿੱਥੇ ਗੁਰੂ ਕਾ ਸਿੱਖ ਸ਼ਰਧਾ ਦੇ ਨਾਲ ਮੂਲ ਮੰਤਰ ਦਾ ਵੀ ਜਾਪ ਕਰ ਲਵੇ। ਦੋਹਰਾ ਭਈ ਧੂਪ ਜਾਂ ਜਗਤ ਮੈਂ ਪਿਓ ਹਿੰਦੂ ਅਵਤਾਰ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਧੁੰਮਾਂ ਭਾਰਤ ਦੀ ਧਰਤੀ ਤੇ ਪੈ ਗਈਆਂ ਤੇ ਲੋਕ ਕਹਿਣ ਲੱਗੇ ਵੀ ਸਾਡਾ ਅਵਤਾਰ ਆਇਆ ਹੈ। ਨੇਹ ਕਲੰਕ ਯਹ ਪੀ ਪਿਓ ਕਰੇ ਸੋ ਮੁਸਲੇ ਮਾਰ। ਕੁਝ ਲੋਕ ਤਾਂ ਹੀ ਕਹਿਣ ਲੱਗ ਪਏ ਵੀ ਇਹ ਤਾਂ ਜਿਹੜਾ ਨਿਹਕਲੰਕ ਅਵਤਾਰ ਆਉਣਾ ਸੀ ਨਾ, ਕਲਕੀ ਅਵਤਾਰ, ਲੋਕ ਕਹਿਣ ਲੱਗ ਪਏ ਵੀ ਇਹ ਤਾਂ ਨਿਹਕਲੰਕ ਕਲਕੀ ਅਵਤਾਰ ਹੀ ਧਰਤੀ ਤੇ ਆ ਚੁੱਕਿਆ ਹੈ। ਚੋਪਈ ਕੋ ਕਹੇ ਯਹ ਹੈ ਜਾਦੂ ਕਰ। ਤੇ ਕੋਈ ਕਹਿੰਦਾ ਵੀ ਇਹ ਬੰਦਾ ਸਿੰਘ ਬਹਾਦਰ ਅਵਤਾਰ ਨਹੀਂ ਹੈ ਤੇ ਜਾਦੂਗਰ ਹੈ, ਇਹਨੂੰ ਜਾਦੂ ਬੜੇ ਤਰੀਕੇ ਦੇ ਆਉਂਦੇ ਨੇ। ਕੋ ਕਹੇ ਯਹ ਹੈ ਰਸਾਇਨਾਗਰ। ਤੇ ਕੋਈ ਕਹਿੰਦਾ ਵੀ ਇਹਨੂੰ ਰਸਾਇਣ ਆਉਂਦੇ ਨੇ, ਇਹ ਜਾਦੂਗਰ ਹੀ ਨਹੀਂ ਬਲਕਿ ਲੋਹੇ ਨੂੰ ਤਾਂਬੇ ਨੂੰ ਸੋਨਾ ਵੀ ਬਣਾ ਲੈਂਦਾ ਹੈ। ਕੋ ਕਹੇ ਯਹ ਹੱਥ ਵੀਰਾ। ਤੇ ਕੋਈ ਕਹਿੰਦਾ ਵੀ ਇਹਦੇ ਕੋਲ ਵੀਰ ਨੇ, ਗੁਪਤ ਰੂਹਾਂ ਨੇ, ਜਿਸ ਗੁਪਤ ਰੂਹਾਂ ਦੇ ਨਾਲ ਇਹ ਕੰਮ ਲੈਂਦਾ ਹੈ। ਉਹ ਕਹੇ ਯਾ ਸਿੱਖ ਗੁਰ ਤੀਰਾ। ਤੇ ਫਿਰ ਕੋਈ ਸੱਜਣ ਕਹਿੰਦਾ ਵੀ ਨਹੀਂ, ਨਾ ਜਾਦੂਗਰ ਹੈ, ਨਾ ਹੀ ਇਹ ਰਸਾਇਣਗਰ ਹੈ, ਨਾ ਹੀ ਇਹਦੇ ਕੋਲ ਕੋਈ ਭੂਤ ਪ੍ਰੇਤ ਹੈ, ਬਲਕਿ ਇਹ ਗੁਰੂ ਤੇ ਭਰੋਸਾ ਰੱਖਣ ਵਾਲਾ, ਗੁਰੂ ਦਾ ਪੱਕਾ ਸਿੱਖੀ ਸਿਦਕ ਨਿਭਾਉਣ ਵਾਲਾ ਸਿੱਖ ਹੈ। ਖੂਨੀ ਵਜ਼ੀਰੇ ਦੇ ਦਿਲ ਆਈ। ਤੇ ਇਹ ਖਾਲਸਾ ਜੀ ਜਦੋਂ ਬੰਦਾ ਸਿੰਘ ਬਹਾਦਰ ਦੀ ਚਰਚਾ ਘਰ ਘਰ ਹੋਣ ਲੱਗ ਪਈ ਤੇ ਕਹਿੰਦੇ ਜਿਸ ਵਜੀਦ ਖਾਂ ਦੇ ਹੱਥਾਂ ਨੂੰ ਗੁਰੂ ਕੇ ਲਖਤੇ ਜਿਗਰਾਂ ਦਾ ਖੂਨ ਲੱਗਾ ਸੀ, ਉਹਦੇ ਦਿਲ ਵਿੱਚ ਵੀ ਵਿਚਾਰ ਆਈ ਹੈ ਹੋਣੀ ਐ ਹਮ ਸਿਰ ਆਈ। ਉਹ ਕਹਿਣ ਲੱਗਾ ਕਿ ਭਾਈ ਨਾ ਜਾਦੂਗਰ ਹੈ, ਨਾ ਇਹ ਸੋਨਾ ਬਣਾਉਂਦਾ ਹੈ, ਨਾ ਹੀ ਇਹ ਕੋਈ ਮੈਨੂੰ ਸਿੱਖ ਜਾਪਦਾ ਹੈ, ਮੈਨੂੰ ਤੇ ਇਹ ਜਾਪਦਾ ਵੀ ਮੇਰੀ ਮੌਤ ਮੇਰੇ ਸਿਰ ਚੜ ਕੇ ਆ ਚੁੱਕੀ ਹੈ।
ਸੂਬੇ ਸਰਹੰਦ ਕਹਿੰਦਾ ਤੁਹਾਨੂੰ ਸਿੱਖ ਨਜ਼ਰ ਆਉਂਦਾ ਹੈ, ਤੁਹਾਨੂੰ ਜਾਦੂਗਰ ਨਜ਼ਰ ਆਉਂਦਾ ਹੈ, ਤੁਹਾਨੂੰ ਨੇਕਲੰਕ ਅਵਤਾਰ ਨਜ਼ਰ ਆਉਂਦਾ ਹੈ, ਪਰ ਮੈਨੂੰ ਤੇ ਸੁੱਤੇ ਪਿਆਂ ਵੀ ਘੋੜੇ ਤੇ ਸਵਾਰ ਬੰਦਾ ਬਹਾਦਰ ਨਹੀਂ, ਘੋੜੇ ਤੇ ਸਵਾਰ ਮੈਨੂੰ ਮੇਰੀ ਮੌਤ ਨਜ਼ਰ ਆ ਰਹੀ ਹੈ। ਤਬੇ ਵਜ਼ੀਰੇ ਚਿੰਤਾ ਪਈ, ਕਹਿੰਦੇ ਰਾਤ ਨੂੰ ਵੀ ਸੌਣ ਨਹੀਂ ਸੀ ਹੁੰਦਾ, ਵਜੀਦ ਖਾਨ ਨੂੰ ਚਿੰਤਾ ਰਹਿੰਦੀ ਸੀ, ਬਸ ਉਹਨੂੰ ਇਹੀ ਲੱਗਦਾ ਸੀ ਬੰਦਾ ਬਹਾਦਰ ਕਿਸੇ ਵੀ ਘੜੀ ਆ ਸਕਦਾ ਹੈ, ਹਮਕੋ ਬੰਦਾ ਛਾੜਤ ਨਹੀਂ। ਤੇ ਸੋਚਦਾ ਸੀ ਵੀ ਹੁਣ ਬੰਦਾ ਸਿੰਘ ਬਹਾਦਰ ਨੇ, ਇਸ ਗੁਰੂ ਦੇ ਬੰਦੇ ਨੇ ਮੈਨੂੰ ਛੱਡਣਾ ਨਹੀਂ, ਇਸਕੇ ਪਾਸ ਅਹੇ ਦੋ ਵੀਰ, ਕਿਉਂਕਿ ਇਹਦੇ ਕੋਲ ਗੁਰੂ ਕਲਗੀਆਂ ਵਾਲੇ ਦੀ ਤਾਕਤ ਹੈ, ਗੁਰੂ ਗੋਬਿੰਦ ਸਿੰਘ ਦਾ ਥਾਪੜਾ ਹੈ। ਔਰ ਪੰਚ ਗੁਰ ਦੀਨੇ ਤੀਰ, ਜਿਹੜੇ 5 ਤੀਰ ਗੁਰੂ ਗੋਬਿੰਦ ਸਿੰਘ ਨੇ ਇਹਨੂੰ ਦੇ ਕਰਕੇ ਭੇਜਿਆ ਹੈ, ਪ੍ਰਿਥਮੇ ਬੰਦਾ ਕਾਲਾ ਨਾਗ, ਤੇ ਕੱਲੇ ਉਹ 5 ਤੀਰ ਮੈਨੂੰ ਇਸ ਤਰ੍ਹਾਂ ਜਾਪਦੇ ਨੇ ਜਿਵੇਂ ਬੰਦਾ ਸਿੰਘ ਬਹਾਦਰ ਖੁਦ ਇੱਕ ਫਣੀਰ ਨਾਗ ਹੋਵੇ, ਤੀਰ ਭਏ ਤਿਸ ਫੰਗੇ ਲਾਗ, ਤੇ ਜਿਹੜੇ ਉਹ ਪਿੱਛੇ ਤੀਰ ਨੇ ਜਿਵੇਂ ਫਣੀਰ ਨਾਗ ਦੇ ਪਿੱਛੇ ਫਣ ਹੁੰਦੇ, ਕਹਿੰਦੇ ਇਸ ਤਰ੍ਹਾਂ ਮੈਨੂੰ ਨਾਗ ਜਾਪਦਾ ਹੈ। ਇਸ ਪਰਛਾਵੇਂ ਪਰੇ ਨਾ ਧਰਨ, ਤੇ ਜਿਹਦੇ ਉੱਤੇ ਬੰਦਾ ਸਿੰਘ ਬਹਾਦਰ ਦਾ ਪਰਛਾਵਾਂ ਪੈ ਗਿਆ, ਉਹ ਭਾਵੇਂ ਜਿੱਡਾ ਮਰਜੀ ਵੱਡਾ ਸੂਰਮਾ ਸੀ ਖਾਲਸਾ ਜੀ, ਵਜੀਦ ਖਾਨ ਕਹਿਣ ਲੱਗਾ ਜਿਹਦੇ ਤੇ ਵੀ ਬੰਦੇ ਬਹਾਦਰ ਦਾ ਪਰਛਾਵਾਂ ਪਿਆ, ਉਹਨੂੰ ਫਿਰ ਆ ਕੇ ਮੌਤ ਨੂੰ ਜੱਫਾ ਜ਼ਰੂਰ ਪਾਇਆ। ਭਾਵ ਉਹਦਾ ਖਤਮ ਹੋਇਆ, ਉਹਦਾ ਖਾਤਮਾ ਹੋਇਆ। ਜਿਹਨੂੰ ਵੀ ਬੰਦਾ ਸਿੰਘ ਬਹਾਦਰ ਨੇ ਆਪਣੀ ਸ਼ਰਨ ਵਿੱਚ ਆਪਣਾ ਪਰਛਾਵਾਂ ਵਿਖਾ ਦਿੱਤਾ, ਕਹੇ ਧਰਨ ਉਸ ਲੱਗੇ ਨਾ ਚਰਨ, ਤੇ ਵਜੀਦ ਖਾਨ ਕਹਿਣ ਲੱਗਾ ਵੀ ਮੈਨੂੰ ਇਸ ਤਰ੍ਹਾਂ ਜਾਪਦਾ ਵੀ ਬੰਦਾ ਸਿੰਘ ਬਹਾਦਰ ਦਾ ਸਰੀਰ ਦੇ ਜਿਹੜੇ ਚਰਨ ਨੇ ਉਹਦੇ ਪੈਰ ਧਰਤੀ ਤੇ ਨਹੀਂ ਲੱਗਦੇ, ਕਿਉਂਕਿ ਜਦੋਂ ਬੰਦਾ ਧਰਤੀ ਤੇ ਚੱਲ ਕੇ ਆਉਂਦਾ ਹੈ ਨਾ ਖਾਲਸਾ ਜੀ, ਤੇ ਹੌਲੀ ਹੌਲੀ ਚੱਲਦਾ, ਤੇ ਜਿਹੜਾ ਬੰਦਾ ਉੱਡ ਕੇ ਜਾਂਦਾ ਬਹੁਤ ਛੇਤੀ ਪਹੁੰਚ ਜਾਂਦਾ ਹੈ। ਤੇ ਵਜੀਦ ਖਾਨ ਕਹਿੰਦਾ ਵੀ ਮੈਨੂੰ ਮੇਰਾ ਮੌਤ ਦਾ ਸਮਾਂ ਨਜ਼ਦੀਕ ਆਉਣ ਦਾ ਲੱਗਦਾ ਹੈ, ਮੈਨੂੰ ਇਸ ਤਰ੍ਹਾਂ ਲੱਗਦਾ ਬੰਦਾ ਬਹਾਦਰ ਚੱਲ ਕੇ ਨਹੀਂ ਆ ਰਿਹਾ, ਬੰਦਾ ਬਹਾਦਰ ਤੇ ਉੱਡ ਕੇ ਆ ਰਿਹਾ ਹੈ, ਤੇ ਬੰਦਾ ਬਹਾਦਰ ਨਹੀਂ ਉੱਡ ਕੇ ਆ ਰਿਹਾ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਮੇਰੀ ਮੌਤ ਉੱਡ ਕੇ ਆ ਰਹੀ ਹੈ। ਰਿੱਧ ਸਿੱਧ ਮੈਂ ਹੈ ਸੋ ਪੂਰੋ, ਉਹਦੇ ਕੋਲ ਤੇ ਰਿੱਧੀਆਂ ਸਿੱਧੀਆਂ ਵੀ ਨੇ, ਤਾਕਤਾਂ ਵੀ ਨੇ, ਇਸ ਤਰ੍ਹਾਂ ਵਜੀਦ ਖਾਨ ਸੋਚਦਾ ਹੈ। ਬਾਣ ਬਾਏ ਇਹ ਹੈ ਅਤ ਸੂਰੋ, ਤੇ ਜਿਹੜੇ ਉਹਦੇ ਕੋਲ ਬਾਣ ਨੇ, ਜਿਹੜੇ ਤੀਰ ਨੇ, ਇੱਕ ਵੀ ਛੱਡ ਦਵੇ ਤੇ ਮੁਕਾਬਲਾ ਨਹੀਂ ਹੁੰਦਾ। ਉਤਰੇ ਚੜੇ ਗਟੀ ਮਨ ਮਾਹੀ, ਇਸ ਤਰ੍ਹਾਂ ਦਿਨ ਰਾਤ ਵਜੀਦ ਖਾਨ ਦਾ ਇੱਕ ਸਾਹ ਜਾਂਦਾ ਤੇ ਇੱਕ ਸਾਹ ਆਉਂਦਾ, ਤੇ ਹਰ ਇੱਕ ਸਾਹ ਦੇ ਨਾਲ ਬੰਦਾ ਸਿੰਘ ਬਹਾਦਰ ਦਾ ਡਰ ਉਹ ਮਨ ਦੇ ਵਿੱਚ ਵੱਧਦਾ ਜਾ ਰਿਹਾ। ਵੇਖੋ ਗੁਰੂ ਦੇ ਭਰੋਸਾ ਰੱਖਣ ਵਾਲਾ ਥਾਪੜਾ ਲੈ ਕੇ ਆਵੇ ਕੋਈ ਗੁਰੂ ਦਾ, ਕਿੰਨਾ ਕੇ ਪ੍ਰਭਾਵ, ਕਿੰਨਾ ਕੇ ਡਰ ਹੋਵੇਗਾ ਬੰਦਾ ਸਿੰਘ ਬਹਾਦਰ ਦਾ। ਖਾਲਸਾ ਜੀ, ਜੋ ਮੁਗਲ ਹਕੂਮਤ ਜ਼ੁਲਮ ਕਰ ਰਹੀ ਸੀ, ਸੁੱਤੀ ਪਈ ਸੀ ਦਲਿੱਦਰ ਦੀ ਤਰ੍ਹਾਂ, ਪਰ ਜਦੋਂ ਬੰਦਾ ਸਿੰਘ ਬਹਾਦਰ ਚੜ ਕੇ ਆਇਆ, ਉਹਨਾਂ ਵੱਡੇ ਵੱਡੇ ਜਰਨੈਲਾਂ ਨੂੰ ਨੀਂਦਰਾਂ ਨਹੀਂ ਆ ਰਹੀਆਂ, ਵੱਡੇ ਵੱਡੇ ਜਰਨੈਲਾਂ ਨੂੰ ਮੌਤ ਨਜ਼ਰ ਆ ਰਹੀ ਹੈ। ਇਹ ਤਾਕਤ ਹੈ ਗੁਰੂ ਦੇ ਥਾਪੜੇ ਵਿੱਚ ਕਿ ਫੌਜਾਂ ਵਾਲੇ, ਤਖਤਾਂ ਵਾਲੇ, ਤੋਪਾਂ ਵਾਲੇ, ਉਹ ਇੱਕ ਗੁਰੂ ਕੇ ਸਿੰਘ ਬੰਦਾ ਸਿੰਘ ਬਹਾਦਰ ਤੋਂ ਡਰਦੇ ਕੰਬਦੇ ਨੇ। ਚਪੇ ਚੋਰ ਜਿਮ ਢੀਠ ਕਰਾਹੀ, ਕਹਿੰਦੇ ਜਿਸ ਤਰ੍ਹਾਂ ਚੋਰ ਖਾਲਸਾ ਜੀ ਫੜਿਆ ਜਾਵੇ ਨਾ ਚੋਰੀ ਕਰਕੇ, ਤੇ ਬੰਦਾ ਫਿਰ ਚੋਰ ਜਿਹੜਾ ਚੋਰੀ ਕਰਕੇ ਆਇਆ ਹੁੰਦਾ ਪਛਤਾਵਾ ਕਰਦਾ ਹੈ ਤੇ ਬਚਣ ਦੇ ਤਰੀਕੇ ਲੱਭਦਾ ਹੈ। ਵਜੀਦ ਖਾਨ ਵੀ ਇੱਕ ਚੋਰ ਦੀ ਤਰ੍ਹਾਂ ਪਛਤਾਵਾ ਕਰਨ ਲੱਗ ਪਿਆ। ਸੋ ਹਮਕੋ ਅਬ ਛਾੜਤ ਨਹੀਂ, ਕਹਿਣ ਲੱਗਾ ਮੈਂ ਬੜਾ ਵੱਡਾ ਗੁਨਾਹ ਕਰ ਬੈਠਾ, ਬਹੁਤ ਵੱਡੀ ਭੁੱਲ ਕਰ ਬੈਠਾ, ਮੈਂ ਬਹੁਤ ਵੱਡਾ ਪਾਪ ਕਮਾ ਚੁੱਕਿਆ, ਜਿਸ ਪਾਪ ਕਰਕੇ ਮੈਨੂੰ ਹੁਣ ਬੰਦਾ ਸਿੰਘ ਬਹਾਦਰ ਨਹੀਂ ਛੱਡੇਗਾ। ਨੱਠ ਕਰ ਬਚਨ ਹਮ ਜਗਾ ਨਾ ਪਾਹੀ, ਤੇ ਮੇਰੇ ਕੋਲ ਤੇ ਥਾਂ ਵੀ ਕੋਈ ਨਹੀਂ ਜਿੱਥੇ ਮੈਂ ਭੱਜ ਕੇ ਬਚ ਜਾਵਾਂ, ਕਿਉਂਕਿ ਜਿੱਥੇ ਵੀ ਭੱਜ ਕੇ ਜਾਵਾਂਗਾ ਬੰਦਾ ਸਿੰਘ ਬਹਾਦਰ ਨੇ ਮੈਨੂੰ ਆ ਕੇ ਪਤਾਲ ਦੇ ਵਿੱਚੋਂ ਵੀ ਬਾਹਰ ਕੱਢ ਲੈਣਾ ਹੈ। ਦੋਹਰਾ ਜੋ ਬੰਦਿਓ ਹਮ ਭੱਜ ਬਚੇ, ਪਤਸ਼ਾਹੇ ਤੇ ਕਹਿ ਜਾਓ। ਤੇ ਜੇ ਮੈਂ ਭੱਜਣ ਦੀ ਹੀਲਾ ਵੀ ਕੀਤਾ, ਭੱਜਣ ਦਾ ਯਤਨ ਵੀ ਕੀਤਾ, ਬੰਦਾ ਸਿੰਘ ਬਹਾਦਰ ਤੋਂ ਭੱਜਣਾ ਵੀ ਚਾਹਿਆ, ਜੇ ਮੈਂ ਭੱਜ ਕੇ ਬਚ ਤੇ ਨਹੀਂ ਸਕਦਾ, ਪਰ ਜੇ ਭੱਜਣ ਦਾ ਯਤਨ ਕੀਤਾ ਤੇ ਦਿੱਲੀ ਦੇ ਬਾਦਸ਼ਾਹ ਨੂੰ ਕੀ ਮੂੰਹ ਵਿਖਾਵਾਂਗਾ। ਇਹ ਵੀ ਸੋਚਦਾ ਹੈ ਵੀ ਦਿੱਲੀ ਸਰਕਾਰ ਨੂੰ, ਦਿੱਲੀ ਦੇ ਤਖਤ ਨੂੰ ਕੀ ਮੂੰਹ ਵਿਖਾਵਾਂਗਾ ਕਿ ਮੈਂ ਕਿਉਂ ਭੱਜ ਰਿਹਾ। 22 ਸੂਬਨ ਮੈਂ ਕਹੂੰ ਲੁਕਨ ਨ ਮੋਕੋ ਥਾਉ, ਭਾਰਤ ਦੇ ਵਿੱਚ 22 ਸੂਬਿਆਂ ਦੇ ਉੱਤੇ ਮੁਗਲ ਹਕੂਮਤ ਦਾ ਰਾਜ ਸੀ, ਤੇ ਵਜੀਦ ਖਾਨ ਕਹਿਣ ਲੱਗਾ ਵੈਸੇ ਤੇ 22 ਸੂਬੇ ਨੇ ਭਾਰਤ ਵਿੱਚ,
ਪਰ ਅੱਜ ਜਦੋਂ ਬੰਦਾ ਸਿੰਘ ਬਹਾਦਰ ਚੜ ਕੇ ਆਇਆ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇੱਕ ਵੀ ਸੂਬਾ ਨਹੀਂ ਜਿੱਥੇ ਜਾ ਕੇ ਮੈਂ ਲੁਕ ਜਾਵਾਂ। ਭਾਵ ਉਹ ਕੋਈ ਧਰਤੀ ਨਜ਼ਰ ਨਹੀਂ ਆ ਰਹੀ ਜਿੱਥੇ ਮੈਂ ਬੰਦਾ ਬਹਾਦਰ ਦੀ ਮਾਰ ਤੋਂ ਬਚ ਜਾਵਾਂ। ਜੋ ਪਈ ਤੋਵੈ ਪਾਪੀ ਮਨ ਪਛਤਾਵੈ। ਤੇ ਫਿਰ ਖਾਲਸਾ ਜੀ ਇਸ ਤਰ੍ਹਾਂ ਬੰਦਾ ਬਹਾਦਰ ਦੇ ਡਰ ਤੋਂ ਪਾਪੀ ਸੂਬੇ ਸਰਹੰਦ ਵਜੀਦ ਖਾਂ ਆਪਣੇ ਮਨ ਦੇ ਵਿੱਚ ਬਹੁਤ ਪਛਤਾਵਾ ਕਰਦਾ ਹੈ ਬੀਤਿਓ ਵਕਤ ਹੱਥ ਨ ਆਵੇ। ਤੇ ਪਛਤਾਉਂਦਾ ਹੈ, ਰੋਂਦਾ ਹੈ, ਕੰਧਾਂ ਨੂੰ ਸਿਰ ਮਾਰਦਾ ਹੈ ਕਿ ਹੁਣ ਉਹ ਸਮਾਂ ਹੱਥ ਨਹੀਂ ਆ ਸਕਦਾ ਜਿਸ ਸਮੇਂ ਮੈਂ ਪਾਪ ਕਮਾਇਆ ਸੀ। ਮੈਂ ਭੁੱਲ ਗਿਓ ਕਹੇ ਸੁਚਨੰਦ। ਤੇ ਕਹਿਣ ਲੱਗਾ ਮੈਂ ਪਾਗਲ ਹਾਂ, ਮੈਂ ਭੁੱਲ ਗਿਆ ਮੈਂ ਸੁੱਚਾ ਆਨੰਦ, ਜਿਹਨੂੰ ਗੁਰੂ ਕਾ ਖਾਲਸਾ ਝੂਠਾ ਆਨੰਦ ਕਹਿੰਦਾ ਹੈ। ਜਿਹਨੂੰ ਖਾਲਸਾ ਜੀ ਝੂਠਾ ਆਨੰਦ ਤਾਂ ਕਿਹਾ ਜਾਂਦਾ ਹੈ ਜਦੋਂ ਮਲੇਰ ਕੋਟਲੇ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਤੇ ਇੱਕ ਵਾਰ ਵਜੀਦ ਖਾਨ ਨੇ ਥੋੜਾ ਠਰਮੇ ਦੇ ਨਾਲ ਸੋਚ ਵਿਚਾਰ ਕਰਨ ਵਾਸਤੇ ਸਮਾਂ ਲਿਆ। ਪਰ ਜਦੋਂ ਵਜੀਦ ਖਾਨ ਸੋਚਣ ਲੱਗਾ ਵੀ ਇਹਨਾਂ ਨੂੰ ਛੱਡ ਦਿੱਤਾ ਜਾਵੇ ਤੇ ਜਿਹੜਾ ਇਹ ਝੂਠਾ ਆਨੰਦ ਸੀ, ਸੁੱਚਾ ਆਨੰਦ ਜਿਹਨੂੰ ਇਤਿਹਾਸ ਵਿੱਚ ਕਿਹਾ, ਇਹ ਸੁੱਚਾ ਆਨੰਦ ਬੜੇ ਜਲਦੀ ਨਾਲ ਬੋਲਿਆ ਕਿ ਸਰਕਾਰ ਇਹਨਾਂ ਨੂੰ ਛੱਡਣ ਤੋਂ ਪਹਿਲਾਂ, ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰ ਇਹਨਾਂ ਨੂੰ ਪੁੱਛ ਤਾਂ ਲਓ ਵੀ ਜੇ ਛੱਡੋਗੇ ਤੇ ਇਹ ਕਰਨਗੇ ਕੀ। ਤੇ ਉਹਨੂੰ ਕਹਿਣ ਲੱਗਾ ਇਹ ਸੱਪ ਦੇ ਬੱਚੇ ਨੇ ਤੇ ਸੱਪ ਨੂੰ ਦੁੱਧ ਪਿਉਣ ਦੇ ਬਰਾਬਰ ਹੋਵੇਗਾ ਜੇ ਛੱਡ ਦਵੋਗੇ। ਇਹਨਾਂ ਨੇ ਆ ਕਰਕੇ ਇੱਕ ਦਿਨ ਦੱਸ ਲੈਣਾ। ਇਸ ਤਰ੍ਹਾਂ ਦੀ ਸ਼ਬਦਾਵਲੀ ਖਾਲਸਾ ਜੀ ਉਸ ਵਕਤ ਸੁੱਚੇ ਆਨੰਦ ਨੇ ਬੋਲੀ। ਤੇ ਸੁੱਚੇ ਆਨੰਦ ਨੇ ਪੁੱਛਿਆ ਕਿ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਕੀ ਕਰੋਗੇ। ਤੇ ਬਾਬਾ ਫਤਿਹ ਸਿੰਘ 2 ਕਦਮ ਅੱਗੇ ਹੋ ਕੇ ਸੂਬੇ ਸਰਹੰਦ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣ ਲੱਗੇ, ਕਹਿੰਦੇ ਜਾਵਾਂਗੇ ਬਾਹਰ, ਬਾਣੀ ਬਾਣੇ ਦਾ ਪ੍ਰਚਾਰ ਕਰਾਂਗੇ। ਜਿਹੜੇ ਖਾਲਸੇ ਖਿੰਡ ਗਏ ਨੇ, ਜਿਹੜੇ ਖਾਲਸੇ ਜੰਗਲਾਂ ਵਿੱਚ ਚਲੇ ਗਏ ਨੇ, ਉਹਨਾਂ ਨੂੰ ਇਕੱਠਿਆਂ ਕਰਾਂਗੇ ਤੇ ਸੂਬਿਆ ਖਾਲਸਿਆਂ ਨੂੰ ਇਕੱਠਿਆਂ ਕਰਕੇ ਤੇਰੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਵਾਂਗੇ। ਜਦੋਂ ਇਸ ਤਰ੍ਹਾਂ ਦੇ ਬਚਨ ਸੁਣੇ ਤੇ ਸੁੱਚਾ ਆਨੰਦ ਕਹਿਣ ਲੱਗਾ ਜੀ ਦੇਖਿਆ ਇਹ ਤੇ ਬਾਗੀ ਨੇ, ਇਹ ਬਗਾਵਤ ਜਾਣਦੇ ਨੇ, ਇਹਨਾਂ ਬਾਗੀਆਂ ਤੇ ਰਹਿਮ ਨਾ ਕਰੋ। ਫਿਰ ਵੀ ਵਜੀਦ ਖਾਨ ਨੇ ਫੈਸਲਾ ਨਾ ਲਿਆ ਤੇ ਦੁਬਾਰਾ ਫਿਰ ਸੁੱਚੇ ਆਨੰਦ ਨੇ ਕੀ ਕੀਤਾ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਕਹਿੰਦੇ ਬਾਜ਼ਾਰ ਵਿੱਚ ਲੈ ਗਏ। ਉੱਥੇ ਦੁਕਾਨਾਂ ਲੱਗੀਆਂ ਹੋਈਆਂ ਸੀ। ਇੱਕ ਦੁਕਾਨ ਦੇ ਉੱਤੇ ਖਿਡੌਣੇ ਸੀ, ਇੱਕ ਦੁਕਾਨ ਤੇ ਕੱਪੜੇ ਸੀ, ਇੱਕ ਦੁਕਾਨ ਤੇ ਮਠਿਆਈਆਂ ਸਨ ਤੇ ਪਰਾਂ ਇੱਕ ਦੁਕਾਨ ਦੇ ਉੱਤੇ ਹਥਿਆਰ ਰੱਖੇ ਹੋਏ ਸੀ। ਸੋਚਿਆ ਕਿ ਵੇਖਦੇ ਆ ਬੱਚੇ ਕਿਸ ਜਗ੍ਹਾ ਨੂੰ ਜਾ ਕੇ, ਦੁਕਾਨ ਤੇ ਕਿਸ ਦੁਕਾਨ ਤੇ ਜਾ ਕੇ ਰੁਕਣਗੇ। ਖਿਡੌਣਿਆਂ ਨੂੰ ਹੱਥ ਪਾਉਣਗੇ, ਕੱਪੜਿਆਂ ਨੂੰ ਹੱਥ ਪਾਉਣਗੇ ਕਿ ਮਠਿਆਈਆਂ ਨੂੰ ਹੱਥ ਪਾਉਣਗੇ। ਜਦੋਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਲੈ ਕੇ ਗਏ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨਾ ਕੱਪੜਿਆਂ ਨੂੰ ਹੱਥ ਪਾਇਆ, ਨਾ ਖਿਡੌਣਿਆਂ ਨੂੰ ਹੱਥ ਪਾਇਆ, ਨਾ ਮਠਿਆਈਆਂ ਨੂੰ ਹੱਥ ਪਾਇਆ। ਕਹਿੰਦੇ ਬਾਬਾ ਜ਼ੋਰਾਵਰ ਸਿੰਘ ਨੇ ਜਾ ਕਰਕੇ ਬਰਸ਼ਾ ਪਕੜ ਲਿਆ, ਤੀਰ ਕਮਾਨ ਪਕੜ ਲਏ। ਬਾਬਾ ਫਤਿਹ ਸਿੰਘ ਜੀ ਨੇ ਜਾ ਕਰਕੇ ਢਾਲਾਂ ਪਕੜ ਲੀਆਂ, ਜਾ ਕਰਕੇ ਖੰਜਰ ਪਕੜ ਲਏ ਤੇ ਸੂਬੇ ਸਰਹੰਦ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣ ਲੱਗੇ, ਸੂਬਿਆ ਅਸੀਂ ਸ਼ਸਤਰ ਨਹੀਂ ਪਕੜੇ, ਤੇਰੀ ਮੌਤ ਪਕੜੀ ਹੈ ਮੌਤ, ਤੇ ਇਹ ਮੌਤ ਆ ਕਰਕੇ ਤੈਨੂੰ ਆਪਣੀ ਪਕੜ ਵਿੱਚ ਜ਼ਰੂਰ ਲਵੇਗੀ। ਜਦੋਂ ਇਸ ਤਰ੍ਹਾਂ ਦੇ ਫਿਰ ਬਗਾਵਤ ਭਰੇ ਬਚਨ ਸੁਣੇ ਤਾਂ ਉਦੋਂ ਸੂਬੇ ਸਰਹੰਦ ਨੇ ਫਤਵਾ ਸੁਣਾਇਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਕਤਲ ਕਰ ਦਿੱਤਾ ਜਾਵੇ। ਖਾਲਸਾ ਜੀ ਫਿਰ ਜਦੋਂ ਮੌਤ ਆਉਂਦੀ ਹੈ ਨਾ ਬੰਦੇ ਦੀ, ਜਦੋਂ ਹੰਕਾਰ ਹੋਵੇ ਸਲਤਨਤ ਦਾ, ਹੰਕਾਰ ਦੇ ਵਿੱਚ ਬੰਦਾ ਬਹੁਤ ਕੁਝ ਫੈਸਲੇ ਲੈ ਜਾਂਦਾ, ਪਰ ਜਦੋਂ ਸਾਹਮਣੇ ਮੌਤ ਆ ਕੇ ਖੜਦੀ ਹੈ ਫਿਰ ਪਾਪ ਚੇਤੇ ਆਉਂਦੇ ਨੇ, ਫਿਰ ਕੀਤੇ ਗੁਨਾਹ ਚੇਤੇ ਆਉਂਦੇ ਨੇ। ਅੱਜ ਬੰਦਾ ਸਿੰਘ ਬਹਾਦਰ ਦੇ ਡਰ ਦੇ ਨਾਲ ਪਛਤਾਉਂਦਾ ਹੈ, ਰੋਂਦਾ ਹੈ, ਪਛਤਾਵਾ ਕਰਦਾ ਹੈ ਕਿ ਮੈਂ ਕਿਉਂ ਸੁੱਚੇ ਆਨੰਦ ਦੀਆਂ ਗੱਲਾਂ ਵਿੱਚ ਆ ਕਰਕੇ ਗੁਰੂ ਕੇ ਲਖਤੇ ਜ਼ਿਗਰ, ਗੁਰੂ ਕੇ ਲਾਲਾਂ ਨੂੰ ਕਤਲ ਕਰ ਦਿੱਤਾ। ਭਏ ਭਾਗ ਤਬ ਮੇਰੇ ਮੰਦੇ। ਤੇ ਮੈਂ ਕੇਵਲ ਉਹਨਾਂ ਨੂੰ ਕਤਲ ਨਹੀਂ ਕੀਤਾ, ਮੈਂ ਬਲਕਿ ਆਪਣੇ ਭਾਗ ਜਿਹੜੇ ਨੇ ਉਹ ਮਾਰ ਲਏ ਨੇ। ਮੇਰੇ ਭਾਗ ਉਸੇ ਦਿਨ ਤੋਂ ਭੈੜੇ ਹੋ ਗਏ, ਮੇਰੇ ਕਰਮ ਮਾੜੇ ਹੋ ਗਏ, ਮੇਰੀ ਕਿਸਮਤ ਫੁੱਟ ਗਈ ਜਿਸ ਦਿਨ ਮੈਂ ਗੁਰੂ ਕੇ ਲਾਲਾਂ ਤੇ ਜ਼ੁਲਮ ਕੀਤਾ। ਤਬ ਇੱਕ ਛਲੀਏ ਵਜ਼ੀਰੇ ਕਹਿਓ। ਤੇ ਖਾਲਸਾ ਜੀ ਜਦੋਂ ਵਜੀਦ ਖਾਂ ਇਸ ਤਰ੍ਹਾਂ ਸੋਚਦਾ ਹੈ ਨਾ, ਕਹਿੰਦੇ ਉਸ ਵਕਤ ਸਰਹੰਦ ਦੇ ਵਿੱਚ ਵਜੀਦ ਖਾਂ ਦੀ ਕਚਹਿਰੀ ਵਿੱਚ ਇੱਕ ਛਲੀਆ ਸੀ। ਛਲੀਆ ਉਹਨੂੰ ਕਹਿੰਦੇ ਜਿਹੜਾ ਰੂਪ ਬਦਲ ਲੈਂਦਾ, ਬਹਿਰੂਪੀਆ। ਕਹਿੰਦੇ ਉਹ ਬਹਿਰੂਪੀਏ ਨੇ ਜਦੋਂ ਸੂਬੇ ਸਰਹੰਦ ਦੀ ਗੱਲ ਸੁਣੀ,
ਹਜ਼ਾਰ ਸਿਪਾਹੀ ਮੈਂ ਲੈ ਜਾਉਂ। ਕਹਿੰਦਾ ਸੂਬੇ ਸਰਹੰਦ ਨੂੰ ਕਿ ਮੈਂ 1000 ਸਿਪਾਹੀ ਲੈ ਕੇ ਜਾਵਾਂਗਾ, ਮੈਂ ਛਲ ਕਰਾਂਗਾ, ਬਹਿਰੂਪੀਆ ਬਣ ਜਾਵਾਂਗਾ, ਰੂਪ ਬਦਲ ਕੇ ਬੰਦਾ ਸਿੰਘ ਬਹਾਦਰ ਕੋਲ ਤੇਰੀ 1000 ਸਿਪਾਹੀਆਂ ਦੀ ਟੁਕੜੀ ਲੈ ਕਰਕੇ ਜਾਵਾਂਗਾ। 100 ਬੰਦੇ ਕੇ ਸਾਥ ਰਲਾਉਂ। ਤੇ ਜਾ ਕੇ ਬੰਦਾ ਬਹਾਦਰ ਨੂੰ ਕਵਾਂਗਾ ਕਿ ਮੈਂ ਤੇ ਹਿੰਦੂ ਆ, ਮੈਂ ਸਨਾਤਨ ਮਤ ਦਾ ਇੱਕ ਜਰਨੈਲ ਆ, ਮੈਂ ਖਿੰਡ ਗਿਆ ਸਾਂ, ਮੈਨੂੰ ਆਪਣੀ ਫੌਜ ਵਿੱਚ ਰਲਾ ਲੈ। ਜਬ ਆਏ ਪਰਹਿ ਗਾਡ ਰਲਾਈ। ਤੇ ਜਦੋਂ ਪੂਰਾ ਜੰਗ ਦੇ ਵਿੱਚ ਮਾਹੌਲ ਗਰਮ ਹੋ ਜਾਵੇਗਾ, ਜਿੱਥੇ ਸਾਰੇ ਜੰਗ ਦੇ ਵਿੱਚ ਰੁੱਝ ਜਾਣਗੇ, ਉਹ ਛੜੀਆ ਬਹਿਰੂਪੀਆ ਕਹਿਣ ਲੱਗਾ ਮੈਂ ਉਦੋਂ ਬੰਦਾ ਸਿੰਘ ਬਹਾਦਰ ਤੇ ਵਾਰ ਕਰਾਂਗਾ, ਉਹਨੂੰ ਗ੍ਰਿਫਤਾਰ ਕਰ ਲਵਾਂਗਾ। ਦੇਹੋਂ ਲੂਟ ਮੈਂ ਵਿੱਚੇ ਮਚਾਈ। ਤੇ ਉਹ ਜੰਗ ਕਰ ਰਹੇ ਹੋਣਗੇ ਮੁਗਲ ਹਕੂਮਤ ਨਾਲ, ਪਰ ਮੈਂ ਉਹਨਾਂ ਦੀ ਫੌਜ ਵਿੱਚ ਰਲ ਕੇ ਖਾਲਸਿਆਂ ਨਾਲ ਹੀ ਜੰਗ ਕਰਨ ਲੱਗ ਜਾਵਾਂਗਾ। ਫਿਰ ਬੰਦੇ ਫੜ ਲੈ ਗ ਫਕੀਰ। ਤੇ ਉਹ ਫਕੀਰ ਹੀ ਹੈ, ਮਾਮਲੀ ਜਾਂ ਸਾਧ ਹੀ ਹੈ, ਉਸ ਸਾਧ ਨੂੰ ਪਕੜ ਕੇ ਮੈਂ ਤੇਰੀ ਕਚਹਿਰੀ ਵਿੱਚ ਪੇਸ਼ ਕਰ ਦਿਆਂਗਾ। ਤੇ ਤੁਮ ਤੇ ਵੱਡ ਸਲੋਇਓ ਸਲੋਗ ਜਗੀਰ। ਤੇ ਜਦੋਂ ਮੈਂ ਤੇਰੀ ਕਚਹਿਰੀ ਵਿੱਚ ਬੰਦਾ ਬਹਾਦਰ ਨੂੰ ਪੇਸ਼ ਕੀਤਾ ਤੇ ਤੂੰ ਮੈਨੂੰ ਵੱਡੀਆਂ ਵੱਡੀਆਂ ਜਗੀਰਾਂ ਇਨਾਮ ਵਾਸਤੇ ਦੇ ਦਵੀਂ। ਵਹੀ ਵਜ਼ੀਰੇ ਲੀਨੀ ਮਾਨ। ਤੇ ਖਾਲਸਾ ਜੀ ਜਦੋਂ ਇਸ ਤਰ੍ਹਾਂ ਬਹਿਰੂਪੀਏ ਨੇ ਕਿਹਾ ਨਾ ਵੀ ਮੈਂ ਜਾ ਕੇ ਛਲ ਲਵਾਂਗਾ, ਬੰਦਾ ਬਹਾਦਰ ਨੂੰ ਪਕੜ ਲਵਾਂਗਾ, ਵਜੀਦ ਖਾਨ ਨੂੰ ਥੋੜੀ ਜੀ ਆਸ ਜਾਗੀ ਤੇ ਵਜੀਦ ਖਾਨ ਨੇ ਉਹਦੀ ਗੱਲ ਮੰਨ ਲਈ। ਦਰਬ ਖਰਚ ਕੋ ਦੀਨੀ ਆਨ। ਤੇ ਕਹਿਣ ਲੱਗਾ ਛਲੀਆ ਵੀ ਥੋੜਾ ਜਿਹਾ ਮੈਨੂੰ ਖਰਚਾ ਦੇ ਦੇ, ਮਾਇਆ ਦੇ ਦੇ, ਮਾਇਆ ਲੈ ਕਰਕੇ ਫਿਰ ਮੈਂ ਜਾਣਾ, ਥੋੜਾ ਜਿਹਾ ਚੜਾਵਾ ਲੈ ਜਾਵਾਂਗਾ, ਮਿੱਠੀਆਂ ਜੀਆਂ ਗੱਲਾਂ ਕਰਕੇ ਮੈਂ ਬੰਦਾ ਬਹਾਦਰ ਦੇ ਨਾਲ ਰਲ ਕੇ ਉਹਨੂੰ ਮਾਰ ਮੁਕਾਵਾਂਗਾ। ਪਰ ਜਪਜੀ ਸਾਹਿਬ ਦਾ ਬਚਨ ਹੈ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੇ ਮਨ ਮਾਹੇ। ਜਿਨ੍ਹਾਂ ਦੇ ਹਿਰਦੇ 'ਚ ਰੱਬ ਵਸਦਾ ਉਹ ਠੱਗੇ ਨਹੀਂ ਜਾਂਦੇ, ਉਹ ਮਾਰੇ ਨਹੀਂ ਜਾਂਦੇ। ਸੋਚਿਆ ਸੀ ਬੜਾ ਆਸਾਨ ਹੋਵੇਗਾ ਬੰਦਾ ਬਹਾਦਰ ਨੂੰ ਪਕੜਨਾ, ਪਰ ਖਾਲਸਾ ਜੀ ਬੰਦਾ ਬਹਾਦਰ ਨੇ ਪਹਿਲਾਂ ਉਹਨੂੰ ਹੀ ਪਕੜ ਲਿਆ। ਤੇ ਖਾਲਸਾ ਜੀ ਇਹ ਸੱਚ ਹੈ, ਜੇ ਆਪਾਂ ਹੁਣ ਸਮਕਾਲੀ ਇਤਿਹਾਸ ਵੀ ਵੇਖੀਏ, ਸੰਤ ਜਰਨੈਲ ਸਿੰਘ ਬਾਰੇ ਵੀ ਇਸੇ ਤਰ੍ਹਾਂ ਸੋਚਿਆ ਜਾਂਦਾ ਸੀ ਵੀ 2 ਮਿੰਟਾਂ ਦੀ ਖੇਡ ਹੈ, ਇੱਕ ਨਿੱਕਾ ਜਿਹਾ ਮਾਮੂਲੀ ਜਿਹਾ ਸੰਤ ਹੈ, ਜਾਂਦਿਆਂ ਜਦੋਂ ਟੈਂਕ ਲੈ ਕੇ ਜਾਵਾਂਗੇ ਆਪਣੇ ਆਪ ਬਾਹਰ ਆ ਜਾਵੇਗਾ, ਪਕੜ ਕੇ ਦਿੱਲੀ ਦਰਬਾਰ ਦੇ ਵਿੱਚ ਪੇਸ਼ ਕਰ ਦਿਆਂਗੇ। ਪਰ ਗੁਰੂ ਦਾ ਥਾਪੜਾ ਲੈ ਕੇ ਗਏ ਤੇ ਜੋ ਫੌਜ ਸੋਚਦੀ ਸੀ ਜਾ ਕੇ ਮਿੰਟਾਂ ਵਿੱਚ ਪਕੜਾਂਗੇ, ਕਈ ਦਿਨ ਲੱਗ ਗਏ, ਪਰ ਫਿਰ ਵੀ ਉਸ ਸੰਤ ਨੂੰ ਪਕੜ ਨਹੀਂ ਸਕੇ, ਕਿਉਂਕਿ ਸੰਤ ਦੇ ਹਿਰਦੇ ਵਿੱਚ ਨਾਮ ਦੀ ਕਮਾਈ ਸੀ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦੀ ਕਮਾਈ ਹੁੰਦੀ ਹੈ, ਵੱਡੇ ਵੱਡੇ ਜਰਨੈਲ ਉਹਨਾਂ ਦੇ ਸਾਹਮਣੇ ਹੀ ਘੁਟਨੇ ਟੇਕਦੇ ਨੇ। ਬੰਦੇ ਮਾਰ ਆਵੇ ਮੋਹ ਪਾਹੇ। ਤੇ ਖਾਲਸਾ ਜੀ ਜਦੋਂ ਵਜੀਦ ਖਾਂ ਇੰਨਾ ਡਰਿਆ ਹੋਇਆ ਸੀਗਾ, ਕਹਿਣ ਲੱਗਾ ਵੀ ਠੀਕ ਹੈ, ਤੂੰ ਬੰਦਾ ਬਹਾਦਰ ਨੂੰ ਪਕੜ ਕੇ ਲਿਆ, ਜਦੋਂ ਮੇਰੇ ਕੋਲ ਆਵੇਗਾ ਮੈਂ ਉਹਨੂੰ ਮਾਰ ਮੁਕਾਵਾਂਗਾ। ਦੇਵ ਵੱਡ ਜਗੀਰ ਦਿਵਾਏ। ਤੇ ਬੰਦਾ ਬਹਾਦਰ ਦੇ ਮਰਨ ਤੋਂ ਬਾਅਦ ਮੈਂ ਤੈਨੂੰ ਵੱਡੀਆਂ ਵੱਡੀਆਂ ਜਗੀਰਾਂ ਦੇ ਦੇਵਾਂਗਾ, ਰਾਜ ਦੇ ਦਿਆਂਗਾ। ਦੋਹਰਾ ਸੋ ਭਜ ਬੰਦੇ ਆ ਮਿਲਿਓ, ਕਹੇ ਆਇਓ ਹਿੰਦੂ ਮੈਂ ਜਾਣ। ਹੁਣ ਬਹਿਰੂਪੀਆ ਤੇ ਬੜੇ ਚਾਅ ਨਾਲ ਆਇਆ ਵੀ ਇਹ ਤੇ ਬੜਾ ਕੰਮ ਸੁੱਖ ਹੈ, ਮੈਂ ਬੰਦਾ ਬਹਾਦਰ ਨੂੰ ਪਕੜ ਲਾਂਗਾ, ਮੈਨੂੰ ਜਗੀਰਾਂ ਮਿਲ ਜਾਣਗੀਆਂ। ਲਾਲਚੀ ਮਨ ਬੰਦਾ ਬਹਾਦਰ ਕੋਲ ਆਇਆ, ਆ ਕੇ ਕਹਿਣ ਲੱਗਾ ਕਿ ਬਾਬਾ ਬੰਦਾ ਬਹਾਦਰ ਨੂੰ ਮੈਂ ਹਿੰਦੂ ਆ, ਹਿੰਦੂ ਜਰਨੈਲ ਆ, ਮੈਨੂੰ ਆਪਣੀ ਫੌਜ ਵਿੱਚ ਰਲਾ ਲੈ। ਭਾਵੇਂ ਕਿ ਰੰਗੜ ਸੀ ਪਰ ਫਿਰ ਵੀ ਸੱਚ ਨਹੀਂ ਦੱਸਿਆ। ਰੰਗੜ ਬੇਈਮਾਨ ਥੋ ਸੋ ਉਨ ਲਿਓ ਪਛਾਣ। ਤੇ ਜਦੋਂ ਜਾ ਕਰਕੇ ਬੰਦਾ ਬਹਾਦਰ ਨੂੰ ਕਿਹਾ ਵੀ ਮੈਂ ਹਿੰਦੂ ਜਰਨੈਲ ਆ, ਤੇ ਕਹਿਣ ਲੱਗਾ ਮੈਨੂੰ ਫੌਜ ਵਿੱਚ ਰਲਾ ਲੈ, ਬਾਬਾ ਬੰਦਾ ਸਿੰਘ ਬਹਾਦਰ ਹੱਸ ਕੇ ਕਹਿਣ ਲੱਗੇ ਉਹ ਰੰਗੜਾ, ਉਹ ਬੇਈਮਾਨਾ, ਜਗੀਰਾਂ ਪਿੱਛੇ ਆਪਣਾ ਈਮਾਨ ਕਿਉਂ ਵੇਚੀ ਜਾਂਦਾ, ਧਰਮ ਕਿਉਂ ਬਦਲੀ ਜਾਂਦਾ? ਬੇਈਮਾਨਾ ਮੇਰੇ ਅੱਗੇ ਤੇਰੀ ਇਹ ਚਲਾਕੀ ਨਹੀਂ ਚੱਲਣੀ, ਮੈਂ ਤੈਨੂੰ ਪਹਿਚਾਨ ਲਿਆ ਹੈ। ਤਬ ਬੁੰਦੇ ਉਸ ਕੋ ਕਿਹੋ ਤੁਮ ਦਿਲ ਸਾਬਤ ਨਾ ਹੈ। ਮੈਂ ਜਾਣਦਾ ਤੇਰਾ ਦਿਲ ਸਾਬਤ ਨਹੀਂ, ਤੂੰ ਅੰਦਰੋਂ ਬੇਈਮਾਨ ਹੈ ਤੇ ਮੇਰੇ ਨਾਲ ਧੋਖਾ ਕਰਨ ਲਈ ਆਇਆ ਹੈ। ਜੋ ਤੂੰ ਕਰੇ ਸੋ ਪਾਏ ਹੈ, ਹਮ ਤੁਮ ਫੇਰਤ ਨਾ ਹੈ। ਪਰ ਚੇਤੇ ਰੱਖੀ, ਜਿਹੜਾ ਦੂਸਰੇ ਦਾ ਬੁਰਾ ਕਰਨ ਲਈ ਜਾਂਦਾ ਹੈ ਨਾ, ਜਿਹੜਾ ਦੂਸਰੇ ਦਾ ਬੁਰਾ ਕਰਦਾ ਉਹ ਇਹ ਨਾ ਸਮਝੇ ਵੀ ਮੈਂ ਦੂਸਰੇ ਦਾ ਬੁਰਾ ਕਰ ਲਵਾਂਗਾ। ਅਸਲ ਦੇ ਵਿੱਚ ਦੂਸਰੇ ਦਾ ਬੁਰਾ ਕਰਨ ਵਾਲੇ ਦਾ ਖੁਦ ਦਾ ਬੁਰਾ ਹੋ ਜਾਂਦਾ ਹੈ।
ਤੇ ਬੰਦਾ ਸਿੰਘ ਬਹਾਦਰ ਕਹਿਣ ਲੱਗਾ, ਮੈਂ ਤੈਨੂੰ ਪਕੜਾਂਗਾ ਵੀ ਨਹੀਂ, ਮੈਂ ਤੈਨੂੰ ਮਾਰਾਂਗਾ ਵੀ ਨਹੀਂ, ਤੂੰ ਆ ਮੇਰੀ ਫੌਜ ਵਿੱਚ ਰਲ ਕੇ ਵੇਖ, ਜੋ ਤੂੰ ਕਰਨ ਆਇਆ ਉਹ ਅਸਲ ਵਿੱਚ ਤੇਰੇ ਨਾਲ ਹੋਵੇਗਾ ਤੇ ਆਪਣੇ ਮਾੜੇ ਕਰਮਾਂ ਕਰਕੇ ਤੂੰ ਆਪਣੇ ਆਪ ਹੀ ਖਤਮ ਹੋ ਜਾਵੇਂਗਾ। ਤਬ ਬੰਦੇ ਖੀਸੇ ਹੱਥ ਪਾਇਓ, ਤੇ ਖਾਲਸਾ ਜੀ ਉਹਦੇ ਤੇ ਤਰਸ ਕਰਕੇ ਬੰਦਾ ਸਿੰਘ ਬਹਾਦਰ ਨੇ ਖੀਸੇ ਵਿੱਚ ਆਪਣੀ ਜੇਬ ਵਿੱਚ ਹੱਥ ਪਾਇਆ, ਕਈ ਮੁੱਠੀ ਦਈ ਮੋਹਰ ਫੜਾਇਓ, ਹੱਥ ਵਿੱਚ ਮੋਹਰਾਂ ਪਕੜ ਕਰਕੇ ਉਹਦੇ ਅੱਗੇ ਸੱਟ ਕੇ ਕਿਹਾ, ਆ ਮੋਹਰਾਂ ਪਿੱਛੇ ਮਾਇਆ ਪਿੱਛੇ ਬੇਈਮਾਨ ਹੋਇਆ, ਧਰਮ ਗਵਾਇਆ ਈ, ਚੇਤੇ ਰੱਖੀ ਮਾਇਆ ਨਾਲ ਨਹੀਂ ਜਾਣੀ, ਆ ਮਾਇਆ ਜਿੰਨੀ ਮਰਜ਼ੀ ਲੈ ਲੈ, ਮਾਇਆ ਤੇ ਹੱਥਾਂ ਦੀ ਮੈਲ ਹੁੰਦੀ ਹੈ, ਲੈ ਜੇਤੀ ਤੋਹੇ ਸਾਥ ਛਪਾਹੇ, ਚੇਤੇ ਰੱਖ ਆ ਮਾਇਆ ਨੇ ਤੇਰੇ ਮਾੜੇ ਕਰਮ ਲੁਕਾਉਣੇ ਨਹੀਂ, ਜੋ ਮਾੜੇ ਕਰਮ ਕੀਤੇ ਦਰਗਾਹ ਵਿੱਚ ਜਾ ਕੇ ਉਹਦਾ ਲੇਖਾ ਦੇਣਾ ਪੈਣਾ ਹੈ। ਲੂਣ ਹਮਾਰੋ ਤੂੰ ਪੇਟ ਪਾਏ, ਪਰ ਮੈਂ ਤੈਨੂੰ ਇਹ ਮਾਇਆ ਦਿੱਤੀ ਹੈ, ਤੂੰ ਇਸ ਘਰ ਦਾ ਹੁਣ ਲੰਗਰ ਵੀ ਖਾ ਲਿਆ, ਤੇ ਹੁਣ ਜੇ ਤੂੰ ਇਸ ਘਰ ਨਾਲ ਧੋਖਾ ਕੀਤਾ ਤੇ ਤੂੰ ਲੂਣ ਹਰਾਮੀ ਕਿਹਾ ਜਾਵੇਂਗਾ। ਲੂਣ ਖਾਏ ਜੋ ਕਰੇ ਬੁਰਾਈ, ਤੇ ਜਿਹੜਾ ਕਿਸੇ ਦਾ ਲੂਣ ਖਾ ਕਰਕੇ, ਕਿਸੇ ਦੇ ਨਾਲ ਰੋਟੀ ਦੀ ਸਾਂਝ ਕਰਕੇ ਫਿਰ ਉਹਦੇ ਨਾਲ ਧੋਖਾ ਕਰਦਾ ਨਾ, ਉਹਦੇ ਬਾਰੇ ਬੰਦਾ ਸਿੰਘ ਬਹਾਦਰ ਕਹਿਣ ਲੱਗੇ, ਮਰੇ ਤੁਰਤ ਸੋ ਬਿਨਹੀ ਆਈ, ਕਹਿੰਦੇ ਜਿਹੜਾ ਲੂਣ ਹਰਾਮੀ ਕਰਦਾ ਉਹ ਆਪਣੇ ਆਪ ਹੀ ਮਰ ਜਾਂਦਾ, ਉਹਨੂੰ ਮਾਰਨ ਦੀ ਲੋੜ ਨਹੀਂ ਪੈਂਦੀ। ਇਹ ਸੱਚ ਹੈ ਖਾਲਸਾ ਜੀ। ਜੇ ਕੋਈ ਬੰਦਾ ਕਿਸੇ ਦੇ ਨਾਲ ਪ੍ਰੇਮ ਪਾ ਕਰਕੇ, ਪਿਆਰ ਪਾ ਕਰਕੇ, ਕਿਸੇ ਘਰ ਪ੍ਰਸ਼ਾਦਾ ਛਕ ਕਰਕੇ, ਉਹਦੇ ਘਰ ਦਾ ਪ੍ਰਸ਼ਾਦਾ ਛਕਿਆ ਭੁੱਲ ਕੇ ਫਿਰ ਉਹਦੇ ਬਾਰੇ ਬੁਰਾ ਕਵੇ, ਉਹਦੇ ਨਾਲ ਧੋਖਾ ਕਰੇ, ਉਹਦੇ ਨਾਲ ਠੱਗੀ ਮਾਰੇ, ਤੇ ਬੰਦਾ ਸਿੰਘ ਬਹਾਦਰ ਕਹਿੰਦੇ ਐਸੇ ਬੁਰੇ ਲੋਕਾਂ ਨੂੰ ਮਾਰਨਾ ਨਹੀਂ ਪੈਂਦਾ, ਉਹ ਆਪਣੇ ਆਪ ਹੀ ਮਰ ਜਾਂਦੇ ਨੇ। ਸੋ ਕਦੇ ਵੀ ਕਿਸੇ ਦੇ ਨਾਲ ਬੁਰਾ ਨਹੀਂ ਕਰਨਾ ਚਾਹੀਦਾ, ਕਿਸੇ ਦਾ ਮਾੜਾ ਨਹੀਂ ਸੋਚਣਾ ਚਾਹੀਦਾ, ਕਿਉਂਕਿ ਸਾਰੇ ਰੱਬ ਦੇ ਨੇ, ਤੇ ਜੇ ਕਿਸੇ ਦਾ ਮਾੜਾ ਸੋਚਾਂਗੇ ਇਸ ਦਾ ਭਾਵ ਹੋਵੇਗਾ ਰੱਬ ਦਾ ਮਾੜਾ ਸੋਚ ਰਹੇ ਹਾਂ। ਸੋ ਜੇ ਰੱਬ ਨਾਲ ਪਿਆਰ ਹੈ ਤੇ ਰੱਬ ਦੇ ਬੰਦਿਆਂ ਨਾਲ ਵੀ ਪਿਆਰ ਹੋਵੇਗਾ। ਬੰਦਾ ਸਿੰਘ ਬਹਾਦਰ ਨੇ ਹੱਸ ਕੇ ਕਿਹਾ ਕਿ ਭਾਈ ਜੇ ਹੁਣ ਤੂੰ ਧੋਖਾ ਕੀਤਾ ਹੈ ਤੇ ਤੂੰ ਲੂਣ ਹਰਾਮੀ ਕਹਿਲਾਵੇਂਗਾ, ਤੈਨੂੰ ਮਾਰਨਾ ਨਹੀਂ ਪੈਣਾ, ਤੂੰ ਤੇ ਆਪਣੇ ਆਪ ਹੀ ਮਰ ਜਾਵੇਂਗਾ। ਤਬ ਬੰਦੇ ਨੇ ਕੂਚ ਕਰਾਇਆ, ਤੇ ਖਾਲਸਾ ਜੀ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਗਾਂਹ ਨੂੰ ਚਾਲਾ ਪਾ ਦਿੱਤਾ, ਮਾਰ ਬਨੂੜਿਆ ਡੇਰਾ ਲਾਇਆ, ਤੇ ਜਿਹੜਾ ਚੰਡੀਗੜ੍ਹ ਨੂੰ ਜਾਂਦੇ ਹੋਏ ਬਨੂੜ ਸ਼ਹਿਰ ਹੈ, ਉਸ ਬਨੂੜ ਸ਼ਹਿਰ ਤੇ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਡੇਰਾ ਲਾ ਲਿਆ। ਹਿੰਦੂ ਪੀ ਉਸ ਲਈ ਬਚਾਏ, ਤੇ ਖਾਲਸਾ ਜੀ ਜਿਹੜੇ ਸਨਾਤਨ ਮਤ ਦੇ ਲੋਕ ਸੀ, ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਸੀ, ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਬਚਾ ਲਿਆ। ਮੁਸਲਮਾਨ ਚੁਣ ਦੀਨੇ ਘਾਏ, ਤੇ ਜਿਹੜੇ ਮਾੜੇ ਕਰਮ ਕਰ ਰਹੇ ਸੀ ਮੁਗਲ ਹਕੂਮਤ ਦੇ ਨਾਲ ਮਿਲ ਕੇ ਉਹਨਾਂ ਨੂੰ ਮਾਰ ਮੁਕਾਇਆ। ਸਿੰਘ ਮਝੈਲਨ ਲਿਓ ਬੁਲਾਏ, ਤੇ ਖਾਲਸਾ ਜੀ ਜਿਹੜੇ ਮਾਝੇ ਦੇ ਸਿੰਘ ਸੀਗੇ, ਮਾਝੇ ਦੇ ਮਝੈਲ ਸਿੰਘ, ਉਹਨਾਂ ਨੂੰ ਬੰਦਾ ਸਿੰਘ ਬਹਾਦਰ ਨੇ ਚਿੱਠੀਆਂ ਦੇ ਕਰਕੇ ਬੁਲਾ ਲਿਆ, ਕਿਹੋ ਆਓਏ ਪਹਾੜਨ ਦਾਏ, ਕਿਉਂਕਿ ਉਹ ਤੁਰੇ ਸਨ ਮਾਝੇ ਤੋਂ, ਪਰ ਰੋਪੜ ਦਾ ਰਸਤਾ ਬੰਦ ਸੀ, ਇਸ ਕਰਕੇ ਕੀਰਤਪੁਰ ਚਲੇ ਗਏ, ਜਿਵੇਂ ਪਹਿਲਾਂ ਸਰਵਣ ਕੀਤਾ। ਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਜਦੋਂ ਨਜ਼ਦੀਕ ਆਏ ਤੇ ਮੈਂ ਤੁਹਾਨੂੰ ਬੁਲਾ ਲਵਾਂਗਾ। ਕੀਰਤਪੁਰ ਸਾਹਿਬ ਸੁਨੇਹੇ ਭੇਜੇ ਮਾਝੇ ਦੇ ਸਿੰਘਾਂ ਨੂੰ ਕਿ ਭਾਈ ਹੁਣ ਆ ਜਾਓ, ਸਹੀ ਸਮਾਂ ਆ ਚੁੱਕਿਆ ਹੈ ਸੂਬੇ ਸਰਹੰਦ ਨੂੰ ਸੋਧਣ ਦਾ, ਉਸ ਵਜੀਦ ਖਾਂ ਦਾ ਸੋਧਾ ਲਾਉਣ ਵਾਸਤੇ ਤੇ ਸੂਬੇ ਸਰਹੰਦ ਨੂੰ ਲੁੱਟਣ ਵਾਸਤੇ, ਇਸ ਕਰਕੇ ਹੁਣ ਖਾਲਸੇ ਦੇ ਨਾਲ ਆ ਕੇ ਮਿਲ ਜਾਵੋ। ਦੋਹਰਾ ਬੰਦੇ ਪਠਾਏ ਸਿੰਘ ਤੇ ਇਹ ਫਿਰ ਲਿਏ ਬੁਲਾਏ, ਆਪਣੇ ਸਿੰਘ ਭੇਜ ਕਰਕੇ ਕੀਰਤਪੁਰ ਦੇ ਵਿੱਚ ਜਿਹੜੇ ਮਾਝੇ ਦੇ ਸਿੰਘ ਰੁਕੇ ਸੀ ਉਹਨਾਂ ਨੂੰ ਬੁਲਾ ਲਿਆ। ਹਮ ਆਵੇ ਸਰਹਿੰਦ ਕੋ ਤੁਮ ਆਵੋ ਰੋਪੜ ਦਾਏ, ਕਹਿਣ ਲੱਗੇ ਤੁਸੀਂ ਰੋਪੜ ਦੇ ਨਜ਼ਦੀਕ ਹੁਣ ਆ ਜਾਵੋ, ਮੈਂ ਸਰਹੰਦ ਵੱਲ ਚਾਲਾ ਪਾ ਦਿੱਤਾ ਹੈ, ਬਸ ਹੁਣ ਵੇਖਦੇ ਵੇਖਦੇ ਇਹ ਜਿਹੜੀ ਸਰਹੰਦ ਨਗਰੀ ਵਸਦੀ ਹੈ ਇਹਨੂੰ ਢਹਿ ਢੇਰੀ ਕਰਕੇ ਜਾਵਾਂਗੇ। ਜੋ ਪਈ ਸੁਣ ਤੋ ਚਿੱਠੋ ਖਾਲਸੋ ਚੜਿਓ, ਹੁਣ ਜਦੋਂ ਖਾਲਸੇ ਪੰਥ ਨੂੰ ਪਤਾ ਲੱਗਾ ਕਿ ਬੰਦਾ ਸਿੰਘ ਬਹਾਦਰ ਨੇ ਸੁਨੇਹਾ ਭੇਜਿਆ, ਕਹਿੰਦੇ ਸੁਨੇਹਾ ਅੱਪੜ ਦੇ ਸਾਰੀ ਮਾਝੇ ਦੇ ਸਿੰਘ ਘੋੜਿਆਂ ਤੇ ਕਾਠੀਆਂ ਪਾ ਕਰਕੇ ਤਿਆਰ ਹੋ ਗਏ, ਤੇ ਚਾਹ ਸੀ ਵੀ ਜਾ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤਾਂ ਪਾਵਾਂਗੇ। ਖਾਲਸਾ ਜੀ ਘੋੜਿਆਂ ਤੇ ਸਵਾਰ ਹੋ ਕੇ
ਪੜਦੇ ਜਾਂਦੇ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦਵਾਰ। ਕਹਿੰਦੇ ਇਸ ਤਰ੍ਹਾਂ ਪੰਕਤੀਆਂ ਦਾ ਜਾਪ ਕਰਦੇ ਕਰਦੇ ਬੰਦਾ ਸਿੰਘ ਬਹਾਦਰ ਕੋਲ ਪਹੁੰਚਦੇ ਨੇ। ਰੋਪੜ ਦਰੇ ਜਾਏ ਸੋ ਵੜਿਓ, ਤੇ ਰੋਪੜ ਦੇ ਉਰਲੇ ਪਾਸੇ ਜਾ ਕਰਕੇ ਉਹ ਨਿਕਲ ਗਏ। ਯਹ ਜਬ ਖਬਰ ਵਜ਼ੀਰੇ ਭਈ, ਤੇ ਜਦੋਂ ਵਜੀਦ ਖਾਨ ਨੂੰ ਇਸ ਖਬਰ ਦਾ ਪਤਾ ਲੱਗਾ ਵੀ ਖਾਲਸਾ ਪੰਥ ਦੀ ਫੌਜ ਇਕੱਠੀ ਹੋਣ ਲੱਗੀ ਹੈ, ਉਦਰ ਫੌਜ ਮਲੇਰੀਅਨ ਠਈ, ਤਾਂ ਉਹਨੇ ਖਾਲਸਾ ਜੀ ਮਲੇਰ ਕੋਟਲੇ ਦੀ ਪਠਾਣਾ ਦੀ ਫੌਜ ਨੂੰ ਸੁਨੇਹਾ ਲਾ ਦਿੱਤਾ, ਹੁਕਮ ਕਰ ਦਿੱਤੇ ਵੀ ਜਾ ਕਰਕੇ ਸਿੰਘਾਂ ਦੇ ਰਸਤੇ ਰੋਕੋ। ਪਰ ਖਾਲਸਾ ਜੀ ਜਿਵੇਂ ਦਰਿਆ ਚੱਲਦਾ ਹੈ ਨਾ, ਜਦੋਂ ਦਰਿਆ ਪਹਾੜਾਂ ਤੋਂ ਚੱਲਦਾ ਹੈ, ਰਸਤੇ ਵਿੱਚ ਕਿੰਨੇ ਪੱਥਰ ਆਉਂਦੇ ਨੇ ਦਰਿਆ ਦਾ ਰਸਤਾ ਰੋਕਣ ਵਾਸਤੇ, ਪਰ ਉਹ ਦਰਿਆ ਪੱਥਰਾਂ ਨੂੰ ਚੀਰਦਾ ਹੋਇਆ ਫਿਰ ਵੀ ਆਪਣਾ ਰਸਤਾ ਬਣਾ ਲੈਂਦਾ। ਇਸੇ ਤਰ੍ਹਾਂ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ, ਇਹ ਵਿਸ਼ਾਲ ਦਰਿਆ ਦੀ ਤਰ੍ਹਾਂ, ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਰੂਪੀ ਪਰਬਤ ਦੇ ਵਿੱਚੋਂ ਨਿਕਲਿਆ। ਤੇ ਜਿਹੜਾ ਇਹ ਖਾਲਸਾ ਦਰਿਆ ਨਿਕਲਿਆ ਨਾ, ਇਹਨੂੰ ਰੋਕਣ ਵਾਸਤੇ ਭਾਵੇਂ ਜਿੰਨੇ ਮਰਜ਼ੀ ਹਕੂਮਤਾਂ ਦੇ ਪੱਥਰ ਆਉਣ, ਪਰ ਖਾਲਸੇ ਪੰਥ ਨੇ ਉਹਨਾਂ ਜ਼ੁਲਮੀ ਪੱਥਰਾਂ ਨੂੰ ਚੀਰ ਕੇ ਆਪਣਾ ਰਸਤਾ ਆਪਣੇ ਆਪ ਬਣਾ ਲੈਣਾ, ਕਿਉਂਕਿ ਖਾਲਸਾ ਕਿਸੇ ਬੰਦੇ ਦਾ ਨਹੀਂ, ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਤਿੰਨ ਮੈਂ ਚਾਰ ਸਰਦਾਰ ਥੇ ਆਈ, ਤੇ ਖਾਲਸਾ ਜੀ ਹੁਣ ਜਿਹੜੇ ਮਲੇਰ ਕੋਟਲੇ ਦੀ ਪਠਾਣਾ ਦੀ ਫੌਜ ਵਿੱਚ ਆਏ ਸਨ, ਉਹਨਾਂ ਦੇ ਵਿੱਚ 4 ਸਰਦਾਰ ਵੀ ਸ਼ਾਮਲ ਸਨ। ਨਾਹਰ ਖਾਂ ਕੇ ਥੇ ਜੋ ਭਾਈ, ਜਿਹੜੇ ਨਾਹਰ ਖਾਂ ਦੇ ਭਰਾ ਸਨ, ਜਿਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਤੀਰਾਂ ਦਾ ਸਵਾਦ ਚਖਾਇਆ ਸੀ। ਪਰ ਇਹ ਵੀ ਸੱਚ ਹੈ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੀਰਾਂ ਦਾ ਸਵਾਦ ਵੀ ਚਖਾਇਆ। ਖਾਲਸੇ ਦੇ ਜੋਹਰ ਇੱਕ ਵਾਰ ਚਮਕੌਰ ਦੀ ਗੜੀ ਵਿੱਚ ਵੇਖ ਵੀ ਲਏ, ਪਰ ਜਿਨ੍ਹਾਂ ਦੀਆਂ ਅੱਖਾਂ ਤੇ ਹੰਕਾਰ ਦੀ ਤ੍ਰਿਸ਼ਨਾ ਦੀ ਪੱਟੀ ਵੱਜੀ ਹੁੰਦੀ ਹੈ ਨਾ, ਉਹ ਬਹੁਤ ਛੇਤੀ ਕਿਤਿਆਂ ਰੱਬ ਦੀ ਖੁਦਾ ਦੀ ਪਹਿਚਾਨ ਨਹੀਂ ਕਰ ਸਕਦੇ। ਜਿਨ੍ਹਾਂ ਦੇ ਅੱਖਾਂ ਤੇ ਹੰਕਾਰ ਦੀ ਤ੍ਰਿਸ਼ਨਾ ਦੀ ਪੱਟੀ ਹੋਵੇ, ਰੱਬ ਨੂੰ ਪਹਿਚਾਨ ਨਹੀਂ ਸਕਦੇ। ਇਸੇ ਕਰਕੇ ਜਿਨ੍ਹਾਂ ਦੇ ਭਰਾ ਨੂੰ ਸੋਧਿਆ ਸੀ, ਉਹਦੇ ਭਰਾ ਫਿਰ ਹੁਣ ਆ ਕੇ ਜੰਗ ਕਰਨ ਵਾਸਤੇ ਤਿਆਰ ਹੋ ਗਏ। ਪਰ ਉਹਨਾਂ ਨੇ ਸੋਚਿਆ ਕਿ ਮਾਮੂਲੀ ਜਿਹਾ ਸਾਧ ਹੈ, ਪਕੜ ਲਵਾਂਗੇ। ਪਰ ਇਹ ਨਹੀਂ ਸੀ ਪਤਾ ਵੀ ਇਸ ਸਾਧ ਨੂੰ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਮਿਲਿਆ, ਤੇ ਸਤਿਗੁਰੂ ਨੇ ਕਿਰਪਾ ਕਰਕੇ ਇਹਨੂੰ ਬੰਦਾ ਬਹਾਦਰ ਸੰਤ ਸਿਪਾਹੀ ਬਣਾ ਕੇ ਭੇਜਿਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਗਾਹ ਹੈ ਕਿ ਮਹਾਰਾਜ ਵੈਰਾਗੀ ਤੋਂ ਬਹਾਦਰ ਬਣਾ ਸਕਦੇ ਨੇ, ਬਹਾਦਰ ਤੋਂ ਵੈਰਾਗੀ ਬਣਾ ਸਕਦੇ। ਬੰਦਾ ਬਹਾਦਰ ਨੇ ਸ਼ਸਤਰ ਤਿਆਗੇ ਨੇ, ਮਹਾਰਾਜ ਨੇ ਇੱਕ ਨਿਗਾਹ ਨਾਲ ਵੇਖਿਆ, ਉਹਨੇ ਸ਼ਸਤਰ ਚੱਕ ਲਏ। ਤੇ ਜਿਹੜਾ ਸ਼ੈਦ ਖਾਂ ਸ਼ਸਤਰ ਚੱਕ ਕੇ ਆਇਆ ਸੀ, ਗੁਰੂ ਗੋਬਿੰਦ ਸਿੰਘ ਨੇ ਇੱਕ ਨਿਗਾਹ ਨਾਲ ਵੇਖਿਆ, ਉਹਨੇ ਸ਼ਸਤਰ ਸੱਟ ਦਿੱਤੇ, ਸ਼ਸਤਰਾਂ ਦਾ ਤਿਆਗ ਕਰ ਦਿੱਤਾ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਚੋਜ ਨੇ। ਇਹ ਮਹਾਰਾਜ ਦੇ ਅਨੋਖੇ ਚੋਜ ਮਹਾਰਾਜ ਹੀ ਜਾਣਦੇ ਨੇ, ਸਾਡੇ ਤੋਂ ਬਿਆਨ ਨਹੀਂ ਕੀਤੇ ਜਾ ਸਕਦੇ। ਸੋ ਆਉਣ ਵਾਲੇ ਦਿਨ ਵਿੱਚ ਆਪਾਂ ਸਰਵਣ ਕਰਾਂਗੇ ਕਿਵੇਂ ਜਦੋਂ ਮਲੇਰ ਕੋਟਲੇ ਦੀ ਪਠਾਣਾ ਦੀ ਫੌਜ ਰਸਤਾ ਰੋਕਦੀ ਹੈ, ਤੇ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਪਠਾਣਾ ਦੀ ਫੌਜ ਦਾ ਮੁਕਾਬਲਾ ਕਰਕੇ ਸਰਹੰਦ ਦੀ ਧਰਤੀ ਨੂੰ ਥੇ ਕਰਦੇ ਨੇ। ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਜੰਗ ਹੁੰਦੀ ਹੈ, ਸੂਬੇ ਸਰਹੰਦ ਨੂੰ ਲੁੱਟਦੇ ਨੇ। ਉਹ ਆਪਾਂ ਹੁਣ ਕੱਲ ਸਰਵਣ ਕਰਾਂਗੇ। ਇਹ ਵਿਚਾਰ ਕਰਦੇ ਅਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਅਰਦਾਸ ਕਰਨੀ, ਸੁਣਿਆ ਸੁਣਾਇਆ ਆਪਾਂ ਸਾਰੇ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਸਾਰਿਆਂ ਨੂੰ ਭਜਨ ਬੰਦਗੀ ਵੈਰਾਗ ਤੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਣ। ਆਓ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਪਿਆਰ ਸਹਿਤ ਉਚਾਰਨ ਕਰੋ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਬਬੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ
ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਸਰਬੱਤ ਸਤ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਦਾ ਸਰਵਣ ਕਰਕੇ ਲਾਹੀ ਪ੍ਰਾਪਤ ਕਰ ਰਹੇ ਸੀ। ਆਪ ਸੰਗਤਾਂ ਨੂੰ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰਾ ਰਹੇ ਸਨ। ਪੰਥ ਦੇ ਪ੍ਰਸਿੱਧ ਦੀਵਾਨ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ, ਮੁੱਖ ਪ੍ਰਚਾਰਕ 96 ਕਰੋੜੀ ਬੁੱਢਾ ਦਲ ਦੇ ਪ੍ਰਚਾਰਕ